ਰੀਅਲ ਡੈਮੋਕ੍ਰੇਸੀ ਸਿੱਖਣੀ ਹੋਏ ਤਾਂ ਗੁਰੂਆਂ ਤੋਂ ਕੋਈ ਸਿੱਖੇ ਸਹੀ ਸਹੀ ਕਿ ਆਪਣੇ ਜੰਮੇ ਪੁੱਤ ਨੂੰ ਕਹਿ ਨਾ ਯੂ ਆਰ ਨਾਟ ਫਿਟ ਫॉर ਦਿਸ ਥਿੰਗ, ਤੂੰ ਇੱਧਰ ਹੋ ਜਾ, ਜਿਹੜਾ ਫਿੱਟ ਵੈ ਮੈਂ ਉਹਨੂੰ ਇਹ ਗੱਦੀ ਦੇਣੀ ਹੈ। ਕਿ ਪ੍ਰਮਾਤਮਾ ਕਰੇ ਕਿ ਬੇਬੀ ਕ੍ਰੈਡਲ ਨਾ ਬਣਨ, ਰੱਬ ਕਰੇ ਕਿ ਬਿਰਧ ਹੋਮ ਵੀ ਨਾ ਬਣਨ, ਸਹੀ ਨਾ ਹੀ ਬਣਨ, ਸੱਚੇ ਪਾਤਸ਼ਾਹ ਇਹ ਹੋਂਦ 'ਚ ਹੀ ਨਾ ਆਉਣ। ਅਸੀਂ ਅੱਜ ਕੱਲ੍ਹ ਕੀ ਲੱਗ ਪਏ ਕਹਿਣ ਇਹ ਬੜਾ ਐਡਵਾਂਸ ਪਰਿਵਾਰ ਹੈ, ਇਹ ਤੇ ਬਹੁਤ ਸਟ੍ਰੇਟ ਫਾਰਵਰਡ ਲੋਕ ਨੇ ਕਿ ਮਾਤਾ ਜੀ ਘੋੜਸਵਾਰੀ ਸਿੱਖੋ, ਮਾਤਾ ਜੀ ਤੀਰਅੰਦਾਜ਼ੀ ਸਿੱਖੋ, ਮਾਤਾ ਜੀ ਤਲਵਾਰ ਚਲਾਉਣੀ ਸਿੱਖੋ, ਤੁਸੀਂ ਯੁੱਧ ਦੇ ਮੈਦਾਨ ਵਿੱਚ ਜਾਣਾ ਤੇ ਤੁਸੀਂ ਯੁੱਧ ਕਰਨਾ। ਇਹ ਦੁਨੀਆ ਦੇ ਲੋਕੋ ਇਹਨੂੰ ਕਹਿੰਦੇ ਨੇ ਸਟ੍ਰੇਟ ਫਾਰਵਰਡ ਹੋਣਾ, ਤੇ ਦੁਨੀਆ ਦੇ ਲੋਕੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਇਹਨੂੰ ਕਹਿੰਦੇ ਐਡਵਾਂਸ ਹੋਣਾ। ਆ ਨੀਤੀ ਆ ਪਾਲਿਸੀ ਆਪਣੀਆਂ ਬੱਚੀਆਂ ਲਈ ਅਡਾਪਟ ਕਰੋ। ਔਰ ਜਿਨ੍ਹਾਂ ਦਿਨਾਂ 'ਚ ਔਰਤ ਆਪਣੇ ਘਰੋਂ ਬਾਹਰ ਨਹੀਂ ਸੀ ਨਿਕਲਦੀ, 10ਵੇਂ ਪਾਤਸ਼ਾਹ ਨੇ ਮਾਤਾ ਜੀ ਨੂੰ ਚੁੰਨੀ ਵੀ ਉਤਾਰਤੀ ਕਿ ਮਾਤਾ ਜੀ ਇਹ ਤੁਹਾਨੂੰ ਜੰਗ ਦੇ ਯੁੱਧ ਵਿੱਚ ਤੰਗ ਕਰੇਗੀ, ਦਮਾਲਾ ਸਜਾਓ। ਬੱਚੀਆਂ ਸੱਚੀ ਬੜੀਆਂ ਪਿਆਰੀਆਂ ਹੁੰਦੀਆਂ ਨੇ, ਉਹ ਜਿੱਥੇ ਵੀ ਚੱਲ ਜਾਣ ਉਹਨਾਂ ਦੀ ਟਿੰਜ ਜਿਹੜੀ ਆ ਉਹਨਾਂ ਦੀ ਮਾਂ ਦੇ ਵਿੱਚ ਹੁੰਦੀ ਹੈ, ਉਹਨਾਂ ਦੇ ਵਿੱਚ ਇੱਕ ਸਪਿਰਿਟ ਵੀ ਭਰੀ ਹੋਈ ਹੈ। ਉਹ ਜੇ ਮੰਨ ਲਓ ਕਿ ਅੱਧੀ ਰਾਤ ਨਾਲ ਬੈਲ ਵੱਜੀ ਹੈ ਤੇ ਮੈਂ ਘਰ ਨਹੀਂ ਤੇ ਮੇਰੀ ਬੇਟੀ ਨੇ ਅੱਧੀ ਰਾਤ ਨਾਲ ਬੱਚਾ ਡਾਕਟਰ ਕੋਲ ਲੈ ਜਾਣਾ ਗੱਡੀ ਚਲਾ ਕੇ। ਜਦੋਂ ਤੁਸੀਂ ਸੁਹਿਰਦਤਾ ਨਾਲ ਕੰਮ ਕਰ ਰਹੇ ਹੋ ਅੰਦਰ ਦੀ ਤਹਿ ਤੋਂ, ਤੁਹਾਨੂੰ ਕਹਿਣ ਦੀ ਲੋੜ ਨਹੀਂ ਰਹਿੰਦੀ ਤੂੰ ਹੀ ਆ ਤੂੰ ਹੀ ਆ। ਤੁਹਾਡੇ ਨਾਲ ਬਹੁਤ ਚੰਗੀ ਸੋਚ ਵਾਲੇ ਲੋਕ ਜੁੜਦੇ ਜਾਂਦੇ ਨੇ। 2 ਬੱਚਿਆਂ 'ਚ ਸਾਰੀ ਜ਼ਿੰਦਗੀ ਬੰਦਾ ਗਾਲ ਦਿੰਦਾ, ਹਾਏ ਘਰ ਚਾਹੀਦਾ ਘਰ ਚਾਹੀਦੀ ਸਾਰਾ, ਪਰ ਇੱਥੇ ਕਿਹੜੇ ਨਾਨਕੇ ਤੇ ਦਾਦਕੇ ਤੇ ਕਿਹੜੀਆਂ ਮਾਵਾਂ ਤੇ ਕਿਹੜੀਆਂ ਤੇ ਕੀ, ਤੇ ਗੁਰੂ ਸਾਹਿਬ ਜੀ ਨੇ ਕੋਈ ਕਮੀ ਨਹੀਂ ਛੱਡੀ। ਬੱਚੀਆਂ ਅੱਜ ਕੱਲ੍ਹ ਘੱਟ ਕਿਹਦੇ ਨਾਲੋਂ ਨੇ, ਸਹੀ ਹੈ, ਬੱਚਿਆਂ ਨਾਲੋਂ ਤੇ ਅੱਗੇ ਜਾ ਰਹੀਆਂ ਨੇ। ਨਹੀਂ ਮੇਰੇ ਕੋਲ ਨੇ ਇਸ ਵੇਲੇ 80+ ਵਿਆਹੀਆਂ ਤੇ ਬੜੀਆਂ ਸ਼ਾਦੀਆਂ ਗੁਰੂ ਸਾਹਿਬ ਜੀ ਨੇ ਬਹੁਤ ਸੇਵਾ ਲਈ। ਪੀਐਨਓ ਮੀਡੀਆ ਗਰੁੱਪ ਦੇ ਉੱਪਰ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੁਖਨੈਬ ਸਿੰਘ ਸਿੱਧੂ ਇਸ ਵਕਤ ਤੁਹਾਡੇ ਨਾਲ ਇੱਕ ਐਸੀ ਅਜੀਮ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਬਾਰੇ ਆਪਾਂ ਇਹ ਕਹਿ ਸਕਦੇ ਕਿ ਸਿੱਧੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ, ਔਰ ਇਹ ਬਖਸ਼ਿਸ਼ਾਂ ਬਿਰਲਿਆਂ ਨੂੰ ਨਸੀਬ ਹੁੰਦੀਆਂ। ਸਿੱਖ ਕੌਮ ਦਾ ਬਹੁਤ ਵੱਡਾ ਫਲਸਫਾ ਹੈ, ਔਰ ਇਸ ਫਲਸਫੇ ਨੂੰ ਜੇ ਸਮਝਣਾ ਹੋਵੇ ਤਾਂ ਸਾਨੂੰ ਬੜੀ ਗੰਭੀਰਤਾ ਦੇ ਨਾਲ ਜਾਂਚ ਪੜਚੋਲ ਦੀ ਲੋੜ ਪੈਂਦੀ ਹੈ। ਪਰ ਜੇ ਤੁਹਾਡੇ ਕੋਲ ਇਹ ਵੀ ਸਮਾਂ ਨਹੀਂ, ਫਿਰ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋ। ਜਲੰਧਰੋਂ ਜਦੋਂ ਨਕੋਦਰ ਵਾਲੇ ਪਾਸੇ ਜਾਓ ਤਾਂ ਇੱਥੇ ਇੱਕ ਯੂਨੀਕ ਹੋਮ ਨਾਂ ਦੀ ਸੰਸਥਾ ਹੈ, ਉੱਥੇ ਆ ਜਾਓ ਅਤੇ ਸਾਨੂੰ ਉਹ ਫਲਸਫਾ ਮਿਲ ਜੂ ਜਿਹੜਾ ਸਿੱਖ ਕੌਮ ਦਾ, ਜਿਹੜਾ ਸਾਡੇ ਗੁਰੂ ਸਾਹਿਬਾਨ ਦਾ ਸਿਧਾਂਤ ਹੈ। ਕਿਉਂਕਿ ਭਾਈ ਘਨੱਈਆ ਦਾ ਜੋ ਮਿਸ਼ਨ ਸੀ ਕਿਤੇ ਨਾ ਕਿਤੇ ਅਸੀਂ ਅਸਫਲ ਰਹੇ ਦੁਨੀਆ ਨੂੰ ਦੱਸਣ ਦੇ ਵਾਸਤੇ। ਰੈੱਡ ਕਰਾਸ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ, ਪਰ ਸਾਡਾ ਫਲਸਫਾ ਇਹ ਸੀ ਕਿ ਸੱਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਵਾਰਾ ਜੀਓ। ਜਦੋਂ ਜੰਗ ਹੁੰਦੀ ਹੈ ਭਾਈ ਘਨੱਈਆ ਦੀ ਡਿਊਟੀ ਲੱਗਦੀ ਹੈ ਪਾਣੀ ਪਿਲਾਉਣ ਦੇ ਵਾਸਤੇ, ਅਤੇ ਫਿਰ ਕੁਛ ਕੁ ਲੋਕ ਕਹਿੰਦੇ ਆ ਸਾਡੇ ਹੀ ਹੁੰਦੇ ਨੇ ਕਿ ਜੀ ਗੁਰੂ ਸਾਹਿਬ ਇਹ ਤਾਂ ਬੰਦੇ ਫਰਕ ਹੀ ਨਹੀਂ ਕਰਦੇ, ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਨੇ। ਤਾਂ ਭਾਈ ਘਨੱਈਆ ਦਾ ਜੋ ਵਰਤਾਂਤ ਸਾਨੂੰ ਮਿਲਦਾ ਕਿ ਜੀ ਮੈਨੂੰ ਤਾਂ ਦੁਸ਼ਮਣ ਕੋਈ ਨਜ਼ਰ ਹੀ ਨਹੀਂ ਆਉਂਦਾ, ਅਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਬਖਸ਼ਿਸ਼ ਹੋ ਜਾਂਦੀ ਹੈ ਕਿ ਲਓ ਹੁਣ ਤੁਸੀਂ ਜ਼ਖਮੀਆਂ ਦੀ ਮੱਲਮ ਪੱਟੀ ਵੀ ਕਰੋਗੇ। ਸੋ ਉਹ ਫਲਸਫਾ ਅੱਗੇ ਤੁਰਦਾ ਤੁਰਦਾ ਸਾਡੇ ਤੱਕ ਪਹੁੰਚਿਆ, ਅਤੇ ਇਹ ਗੱਲਾਂ ਤੁਹਾਡੇ ਤੱਕ ਪਹੁੰਚਾਉਣ ਦਾ ਅੱਜ ਅਸੀਂ ਮਾਣ ਹਾਸਲ ਕਰ ਰਹੇ ਹਾਂ। ਇੱਕ ਐਸੀ ਮਾਣਮੱਤੀ ਸ਼ਖਸੀਅਤ ਪਦਮ ਸ਼੍ਰੀ ਮਾਤਾ ਪ੍ਰਕਾਸ਼ ਕੌਰ। ਪ੍ਰਕਾਸ਼ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨਾਂ ਹੈ। ਪ੍ਰਕਾਸ਼ ਦੇ ਅਰਥ ਬੜੇ ਡੂੰਘੇ ਨੇ, ਬੜੇ ਗੰਭੀਰ ਨੇ, ਪਰ ਸਮਝ ਵਿਰਲਿਆਂ ਨੂੰ ਆਉਂਦੇ ਆ, ਅਤੇ ਜਿੱਥੇ ਉਹਦਾ ਪ੍ਰਕਾਸ਼ ਹੋ ਜਾਏ ਉੱਥੇ ਸਭ ਕੁਝ ਹੋ ਜਾਂਦਾ। ਆਓ ਗੱਲਬਾਤ ਕਰਦੇ ਹਾਂ ਇਸ ਸ਼ਖਸੀਅਤ ਦੇ ਨਾਲ ਜਿਨ੍ਹਾਂ ਦਾ ਜਨਮ ਅਨੰਦਪੁਰ ਸਾਹਿਬ ਦਾ ਹੈ। ਮਾਤਾ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੱਖ ਕੌਮ ਦਾ ਜਿਹੜਾ ਫਲਸਫਾ ਹੈ ਉਹ ਕਿੱਥੋਂ ਅਡੋਪਟ ਕੀਤਾ, ਕਦੋਂ ਤੁਹਾਨੂੰ ਲੱਗਿਆ ਕਿ ਭਾਈ ਘਨੱਈਏ ਦਾ ਜਿਹੜਾ ਸਿਧਾਂਤ ਹੈ ਹੁਣ ਉਹ ਦੁਨੀਆ 'ਚ ਜਾਣਾ ਚਾਹੀਦਾ, ਤੁਹਾਡੇ ਰਾਹੀਂ ਜਾਣਾ ਚਾਹੀਦਾ? ਸ਼ੁਰੂ ਤੋਂ ਹੀ ਬੜਾ ਚੰਗਾ ਲੱਗਿਆ ਸੀ ਕਿ ਜਦੋਂ ਹਿਸਟਰੀ ਪੜ੍ਹੀ, ਸਿੱਖ ਹਿਸਟਰੀ ਖਾਸ ਕਰਕੇ, ਕਿ ਇੰਨੀ ਵਿਲੱਖਣ, ਬਿਲਕੁਲ ਨਿਰਾਲੀ, ਵਿਲੱਖਣ ਔਰ ਸ਼ੁੱਧ, ਅਤੇ ਇਹ ਸ਼ੁਰੂ ਤੋਂ ਹੀ ਮਨ ਦੇ ਵਿੱਚ ਸੀ ਕਿ ਮੈਂ ਇਹਨਾਂ ਬੱਚੀਆਂ ਵਿੱਚ ਰਵਾਂ। ਜਦੋਂ ਇੱਕ ਹੋਰ ਤੁਹਾਨੂੰ ਸਵਾਲ ਕੀਤਾ ਜਾਂਦਾ ਅਕਸਰ ਕਿ ਜਨਮ ਕਿੱਥੋਂ ਦਾ, ਅਤੇ ਜਵਾਬ ਹੁੰਦਾ ਜਿੱਥੋਂ ਦਾ ਖਾਲਸੇ ਦਾ ਜਨਮ ਹੈ, ਸ਼੍ਰੀ ਅਨੰਦਪੁਰ ਸਾਹਿਬ। ਅਤੇ ਫਿਰ ਉਦੋਂ ਬਾਅਦ ਮੇਰੇ ਖਿਆਲ ਦੇ ਵਿੱਚ ਕੁਛ ਹੋਰ ਪੁੱਛਣ ਦੀ ਲੋੜ ਨਹੀਂ ਰਹਿ ਜਾਂਦੀ, ਜਿਹੜੇ ਲੋਕ ਇੰਨੇ ਸਮਰਪਿਤ ਭਾਵ ਦੇ ਨਾਲ ਕਿਸੇ ਪਾਸੇ ਜੁੜਦੇ ਨੇ।
ਮਾਤਾ ਜੀ ਉਹ ਕਿਹੜਾ ਵੇਲਾ ਸੀ ਜਦੋਂ ਤੁਹਾਨੂੰ ਲੱਗਿਆ ਕਿ ਇਹ ਬੱਚੀਆਂ ਜਿਨ੍ਹਾਂ ਨੂੰ ਮਾਪੇ ਹੈ ਉਹ ਛੱਡ ਦਿੰਦੇ ਨੇ, ਲਾਵਾਰਸ ਕਹਿ ਦਿੰਦੇ ਨੇ, ਬੜੇ ਕਾਰਨ ਹੋ ਸਕਦੇ ਆ, ਤੇ ਤੁਸੀਂ ਇਹ ਯਤਨ ਕੀਤਾ? ਅੜਿੱਕੇ ਤਾਂ ਬੜੇ ਆਏ ਹੋਣੇ। ਅੜਿੱਕੇ ਤੇ ਬਹੁਤ ਆਏ, ਪਰ ਸ਼ੁਰੂ ਤੋਂ ਹੀ ਮਨ ਦੇ ਵਿੱਚ ਸੀ ਕਿ ਮੈਂ ਇੱਕ ਫਰੈਂਡਲੀ ਸਰਕਲ ਸਹੇਲੀਆਂ ਨਾਲ ਇੰਜ ਦਾ ਸੀ ਜੀ। ਇਹ ਤਾਂ ਉਹਨਾਂ ਦੀ ਵੀ ਇਹੋ ਜਿਹੀ ਸੋਚ ਸੀ ਵੀ ਅਸੀਂ ਆਪਣੇ ਜੀਵਨ ਨੂੰ ਇਹਨਾਂ ਬੱਚੀਆਂ ਦੇ ਵਿੱਚ ਰਹਿ ਕੇ ਹੀ ਬਤੀਤ ਕਰਨਾ ਤੇ ਚੰਗਾ ਲੱਗਿਆ। ਪਰ ਜਿਹੜੀ ਤੁਸੀਂ ਗੱਲ ਕੀਤੀ ਅੜਿੱਕੇ ਤੇ ਬੇਤਹਾਸ਼ਾ ਏ। ਅੜਿੱਕਿਆਂ ਨੂੰ ਵੀ ਬੜੀ ਸਹਿਜ ਦੇ ਨਾਲ ਗੁਰੂ ਸਾਹਿਬ ਜੀ ਨੇ ਸੋਲਵ ਕੀਤਾ। ਬੜੀਆਂ ਪ੍ਰੋਬਲਮ ਆਈਆਂ ਤੇ ਉਹਨਾਂ ਨੂੰ ਵੀ ਬੜੀ ਸਹੀਰਦਤਾ ਨਾਲ ਗੁਰੂ ਸਾਹਿਬ ਜੀ ਨੇ ਦੀ ਹਾਜ਼ਰੀ ਵਿੱਚ ਰਹਿ ਕੇ ਨਜਿੱਠਿਆ। ਇਹੀ ਤੇ ਜੀਵਨ ਹੈ ਜੀ। ਪ੍ਰੋਬਲਮਸ ਨੂੰ ਉਸ ਨਜ਼ਰੀਏ ਨਾਲ ਦੇਖਣਾ ਵੀ ਜੇ ਮਨਾ ਇਹ ਆਈ ਹੈ ਤੇ ਇਹ ਵੀ ਨਹੀਂ ਰਹਿਣੀ, ਸਮਾਂ ਇਹ ਆਇਆ ਜੋ ਇਹ ਵੀ ਨਹੀਂ ਰਹਿਣਾ, ਜੋ ਬੀਤ ਗਿਆ ਉਹ ਵੀ ਨਹੀਂ ਸੀ ਰਿਹਾ। ਤੇ ਉਹ ਵੀ ਬੜੇ ਸਹੀਰਦਤਾ ਨਾਲ ਗੁਰੂ ਸਾਹਿਬ ਜੀ ਨੇ ਸਾਰੀਆਂ ਪ੍ਰੋਬਲਮ ਦੂਰ ਕੀਤੀਆਂ। ਪ੍ਰੋਬਲਮ ਤੇ ਸਵੇਰ ਤੋਂ ਸ਼ਾਮ ਤੱਕ ਹੁੰਦੀਆਂ ਹੀ ਹੁੰਦੀਆਂ ਨੇ, ਬਟ ਉਹਨਾਂ ਨੂੰ ਵੀ ਬੜੀ ਸਹਿਜ ਨਾਲ ਨਜਿੱਠ ਲੈਣਾ, ਭਾਣੇ 'ਚ ਰਹਿ ਕੇ, ਹੁਕਮ ਮੰਨ ਕੇ। ਤੇ ਮੇਰਾ ਖਿਆਲ ਹੈ ਕਿ ਫੇਰ ਹੀ ਜੀਵਨ ਦਾ ਸੁੱਖ ਆਇਆ ਜਾਂਦਾ। ਮਾਤਾ ਜੀ ਭਾਈ ਕਨ੍ਹਈਆ ਚੈਰੀਟੇਬਲ ਟਰਸਟ ਦੇ ਨਾਂ 'ਤੇ ਸੰਸਥਾ ਬਣੀ, ਫਿਰ ਯੂਨੀਕ ਹੋਮ, ਇਹ ਕਦੋਂ ਹੋਂਦ 'ਚ ਆ ਗਏ ਸੀ? ਫਿਰ ਇਹ ਤਕਰੀਬਨ 90 ਦੇ ਵਿੱਚ 1991 'ਚ ਹੀ ਐਸਟੈਬਲਿਸ਼ ਹੋਇਆ ਟਰਸਟ ਜੀ। ਤੇ ਪਰ ਸੇਵਾ ਦਾ ਜਿਹੜਾ ਸੀਗਾ ਉਹ ਤੇ ਸ਼ੁਰੂ ਤੋਂ ਹੀ ਗੁਰੂ ਸਾਹਿਬ ਕਈ ਸਾਲਾਂ ਤੋਂ ਸਾਰੀ ਜ਼ਿੰਦਗੀ ਸੱਚੇ ਪਾਤਸ਼ਾਹ ਨੇ ਸੇਵਾ ਲਈ ਜੀ। ਪਰ 1991 ਵਿੱਚ ਇਹ ਬਣਿਆ ਜੀ। ਹੁਣ ਇਹ ਨਕੋਦਰ ਚੌਂਕ ਰੋਡ ਦੇ ਉੱਪਰ ਆਇਆ ਨੂੰ ਕਿੰਨੀ ਕੁ ਦੇਰ ਹੋ ਗਈ? ਇਹ ਜਿਹੜਾ ਨਵਾਂ ਆਪਣਾ ਟਿਕਾਣਾ ਹੈ ਯੂਨੀਕ ਹੋਮ, ਤੇ ਇਸ ਯੂਨੀਕ ਹੋਮ ਦੇ ਵਿੱਚ ਨੀਅਰ ਅਬਾਊਟ 2.5 ਸਾਲ ਹੋ ਗਿਆ ਜੀ ਆਇਆ ਨੂੰ ਜੀ। ਬਹੁਤਾ ਜ਼ਿਆਦਾ ਸਮਾਂ ਨਹੀਂ ਹੋਇਆ ਤੇ 2.5 ਸਾਲ ਹੋ ਗਏ ਇੱਥੇ ਆਇਆ ਨੂੰ ਜੀ। ਕਿਸ ਤਰ੍ਹਾਂ ਦੀਆਂ ਬੱਚੀਆਂ ਨੂੰ ਇੱਥੇ ਸ਼ਰਨ ਮਿਲ ਰਹੀ ਹੈ? ਬੱਚੀਆਂ ਵੀਰ ਜੀ, ਕੁਝ ਬੱਚੀਆਂ ਤੇ ਉਹਨੇ ਜਿਹੜੀਆਂ ਨਿਊਲੀ ਬੋਰਨ ਬੱਚੀਆਂ ਲੋਕ ਸੁੱਟ ਜਾਂਦੇ ਆ ਪੰਗੂੜੇ ਦੇ ਵਿੱਚ, ਉਹਦੇ ਨੀਚੇ ਸੈਂਸਰ ਸਿਸਟਮ ਲੱਗਾ ਹੈ, ਉਸੇ ਟਾਈਮ ਤੇ ਬੈਲ ਅੰਦਰ ਆਉਂਦੀ ਹੈ ਤੇ ਅਰਦਾਸ ਕਰਕੇ ਬੱਚਾ ਚੱਕ ਲਈਦਾ। ਕੁਛ ਬੱਚੀਆਂ ਥਰੂ ਪੁਲਿਸ ਆਉਂਦੀਆਂ ਨੇ, ਜਿਵੇਂ ਡੋਮੈਸਟਿਕ ਵਾਇਲੈਂਸ ਦਾ ਕੋਈ ਇਸ਼ੂ ਜੋ ਇੰਡੀਅਨ ਗਵਰਨਮੈਂਟ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਦੇ ਅਕੋਰਡਿੰਗ ਫਿਰ ਪੁਲਿਸ ਲੈ ਕੇ ਆਉਂਦੀ ਹੈ, ਉਹ ਬੱਚੀਆਂ ਆਉਂਦੀਆਂ ਨੇ। ਤੇ ਕਦੀ ਇਹ ਵੀ ਹੁੰਦਾ ਵਾ ਕਿ ਕੋਈ ਮੈਨੂੰ ਆ ਕੇ ਵੀ ਕਹਿ ਦਿੰਦਾ ਕਿ ਇਸ ਜਗ੍ਹਾ ਤੇ ਬੱਚੀ ਪਈ ਹੈ, ਬੀਬੀ ਜੀ ਤੁਸੀਂ ਘਰ ਵਿੱਚ ਪਈ ਹੈ, ਆ ਕੇ ਲੈ ਜਾਓ। ਸੋ ਇਸ ਤਰ੍ਹਾਂ ਵੀ ਬੱਚੀਆਂ ਆਉਂਦੀਆਂ ਨੇ ਜੀ। ਹੁਣ ਕਿੰਨੇ ਬੱਚੇ ਨੇ ਜੀ ਇਸ ਹੋਮ ਦੇ ਵਿੱਚ? ਇਸ ਵੇਲੇ 80+ ਨੇ ਜੀ ਮੇਰੇ ਕੋਲ ਬੱਚੇ। ਹਾਂਜੀ। ਜਿੱਥੇ ਗੱਲ ਚੱਲਦੀ ਹੈ ਕਿ ਨਾਮ ਦੀ ਤੁਹਾਡਾ ਜਨਮ ਹੈ ਜਿਹੜਾ ਉਹ ਤਾਂ ਹੋ ਗਿਆ ਅਨੰਦਪੁਰ ਸਾਹਿਬ ਦਾ, ਇਹ ਬੱਚੀਆਂ ਦਾ ਫਿਰ ਮਾਪਾ ਪੇਕਾ ਕਿੱਥੇ ਹੁੰਦਾ? ਇਹ ਬੱਚੀਆਂ ਦਾ ਇਹ ਘਰ ਹੈ ਜੀ। ਤੇ ਇਹ ਬੱਚੀਆਂ ਬੜੇ ਪਿਆਰ ਨਾਲ ਆਪਸ 'ਚ ਰਹਿੰਦੀਆਂ ਨੇ। ਜਦੋਂ ਬੱਚੀਆਂ ਨਵੀਂ ਬੱਚੀ ਆਉਂਦੀ ਹੈ ਤੇ ਵੱਡੀਆਂ ਬੱਚੀਆਂ ਮਿਲ ਕੇ ਉਹਦਾ ਨਾਮਕਰਨ ਕਰਦੀਆਂ ਨੇ ਜੀ। ਅੱਛਾ ਜੀ। ਆਪ ਮਿਲ ਕੇ ਕਰਦੀਆਂ ਨੇ, ਉਹ ਜਿਹੜਾ ਉਹਨਾਂ ਨੂੰ ਚੰਗਾ ਲੱਗੇ। ਉਹਨਾਂ ਨੂੰ ਪੂਰੀ ਇਹਦੇ ਵਿੱਚ ਫਰੀਡਮ ਹੈ, ਜਿਵੇਂ ਜਿਹੜਾ ਵੀ ਨਾਮ ਉਹਨਾਂ ਨੂੰ ਚੰਗਾ ਲੱਗੇ ਸਾਰੇ ਹੀ ਉਹ ਰੱਖਦੀਆਂ ਨੇ ਜੀ। ਅਸੀਂ ਜਦੋਂ ਆਏ ਹਾਂ ਤੁਸੀਂ ਦੱਸ ਰਹੇ ਸੀ ਕਿ ਇੱਥੇ ਤੁਹਾਡੀਆਂ ਜਿਹੜੀਆਂ ਇਸ ਆਸ਼ਰਮ ਦੀਆਂ ਬੱਚੀਆਂ ਨੇ, ਇਸ ਯੂਨੀਕ ਘਰ ਦੀਆਂ ਬੱਚੀਆਂ ਨੇ, ਉਹ ਸੱਚੀਓ ਯੂਨੀਕ ਨੇ ਤੇ ਐਜੂਕੇਸ਼ਨ ਦੇ ਮਾਮਲੇ 'ਚ ਬੜੀਆਂ ਵਧੀਆ ਪ੍ਰਾਪਤੀਆਂ ਜੀ ਉਹਨਾਂ ਦੀਆਂ। ਹਾਂਜੀ, ਬੱਚੀਆਂ ਸਾਰੀਆਂ ਵੀਰ ਜੀ ਇੱਥੇ ਹੁਣ ਵੀ MGN ਅਰਬਨ ਸਟੇਟ, ਸੇਂਟ ਜੋਜ਼ਫ, ਸਵਾਮੀ ਸੰਦਾਸ, ਗੁਰੂਕੁਲ, ਇਹਨਾਂ ਸਕੂਲਾਂ 'ਚ ਪੜ੍ਹ ਰਹੀਆਂ ਨੇ। ਮਸੂਰੀ ਵੀ ਪੜ੍ਹ ਰਹੀਆਂ ਨੇ ਬੱਚੀਆਂ। ਇੰਗਲੈਂਡ ਤੋਂ ਕੈਨੇਡਾ ਵੀ ਗਈਆਂ ਨੇ ਹੁਣ ਪੜ੍ਹਨ। ਪਹਿਲੋਂ ਕਹਿੰਦੀ ਸੀ ਮੇਰੀ ਬੱਚੀ ਇੱਕ ਕਿ ਮਾਮਾ ਮੈਂ ਪਹਿਲੋਂ ਇੰਗਲੈਂਡ ਪੜ੍ਹਦਾ ਫਿਰ ਕੈਨੇਡਾ ਜਾਣਾ। ਫਿਰ ਇੰਗਲੈਂਡ ਪੜ੍ਹੀ ਉਹ 3.5 ਸਾਲ ਜੀ, ਹੁਣ ਕੈਨੇਡਾ ਪੜ੍ਹ ਰਹੀਆਂ ਨੇ। ਅੱਗੋਂ 4-5 ਬੱਚੀਆਂ ਫਿਰ ਤਿਆਰੀ 'ਚ ਨੇ ਜੀ ਕਿ ਮਾਮਾ ਅਸੀਂ ਜਾਣਾ। ਸੋ ਬੱਚੀਆਂ ਨੂੰ ਪੂਰੀ ਫਰੀਡਮ ਹੈ ਜੀ। ਉਹਨਾਂ ਦਾ ਇਸ ਟਰਸਟ ਦਾ ਮੇਨ ਮਕਸਦ ਹੀ ਐਜੂਕੇਸ਼ਨ ਹੈ, ਕਿਉਂਕਿ ਬੱਚੀਆਂ ਨੂੰ ਜਿਹੜਾ ਸੁਸਾਇਟੀ ਦੇ ਵਿੱਚ ਉਹਨਾਂ ਨੇ ਫਿਰ ਸਿਰ ਚੁੱਕ ਕੇ ਉਹਨਾਂ ਨੂੰ ਵੀ ਜਿਉਣ ਦਾ ਹੱਕ ਮਿਲਿਆ। ਬਿਲਕੁਲ। ਐਜੂਕੇਸ਼ਨ ਹੀ ਇਹਨਾਂ ਦਾ ਮੇਨ ਹੈ ਜੀ। ਇਕੱਲਾ ਐਜੂਕੇਸ਼ਨ ਨਹੀਂ, ਆਲ ਰਾਊਂਡਡ ਬੱਚੀਆਂ, ਉਹ ਕੰਮ ਕਰਨਾ ਵੀ ਜਾਣਦੀਆਂ। ਹੁਣ ਉਹ ਪੜ੍ਹਨ ਵੀ, ਉਹ ਸੁਸਾਇਟੀ 'ਚ ਬਾਹਰ ਤੁਰਨ ਫਿਰਨ ਉਹਨਾਂ ਨੇ ਵਿਚਰਨਾ, ਕਿਉਂਕਿ ਇਹਨਾਂ ਬੱਚੀਆਂ ਨੂੰ ਰਿਸ਼ਤਿਆਂ ਦੀ ਬਹੁਤੀ ਨਹੀਂ ਹੁੰਦਾ ਕਿ ਨਾਨਕਿਆਂ ਦਾਦਕਿਆਂ 'ਚ ਜਾਣਾ ਪਤਾ ਨਹੀਂ ਹੁੰਦਾ। ਫਿਰ ਉਹ ਇਹਨਾਂ ਬੱਚਿਆਂ ਨੂੰ ਸਾਰਾ ਅਵੇਅਰ ਕਰੀਦਾ। ਸਾਰਾ ਬੱਚੇ ਬਹੁਤ ਪਿਆਰੀਆਂ ਬੱਚੀਆਂ ਨੇ, ਸਾਰੀ ਗੱਲ ਨੂੰ ਅੰਡਰਸਟੈਂਡ ਕਰਦੀਆਂ ਨੇ। ਔਰ ਜਿਨ੍ਹਾਂ ਦੀਆਂ ਸ਼ਾਦੀਆਂ ਕੀਤੀਆਂ ਨੇ ਉਹ ਬੜੀਆਂ ਵੈਲ ਸੈਟਲਡ ਨੇ। ਹੁਣ ਆ ਥੋੜ੍ਹੇ ਦਿਨ ਹੀ ਹੋਏ, ਥੋੜ੍ਹਾ ਹੀ ਸਮਾਂ ਹੋਇਆ, ਸ਼ੇਰਗਿੱਲ ਪਰਿਵਾਰ ਆਇਆ ਸੀ ਮੇਰੇ ਕੋਲ ਇੱਥੋਂ
ਸੰਗਰੂਰ ਤੋਂ ਬੱਚਾ ਜੀ। PhD ਡਿਆ ਕਰਨ, ਤੇ ਉਹ ਉਹਨਾਂ ਦਾ ਸੀ ਕਿ ਅਸੀਂ ਬੱਚੀ ਦੀ ਸ਼ਾਦੀ ਇੱਥੇ ਹੀ, ਬੱਚਾ ਹੀ ਕਹਿੰਦਾ ਸੀ ਮੈਂ ਇੱਥੇ ਹੀ ਕਰਾਉਣੀ ਹੈ। ਅੱਛਾ ਤੇ ਉਹ ਮੇਰੀ ਬੱਚੀ BA 3rd ਈਅਰ 'ਚ ਸੀ, ਹੁਣ ਮੈਰਿਜ ਕੀਤੀ ਜੀ, ਤੇ ਬਹੁਤ ਖੁਸ਼, ਬਹੁਤ ਹੈਪੀ ਨੇ, ਬਹੁਤ ਨੇਕ ਗੁਰਸਿੱਖ ਪਰਿਵਾਰ ਹੈ। ਜੀ ਮਾਤਾ, ਇੱਕ ਚੀਜ਼ ਹੋਰ ਹੁੰਦੀ ਹੈ ਕਿ ਜਿਹੜੀਆਂ ਧੀਆਂ ਹੁੰਦੀਆਂ ਨੇ ਹਮੇਸ਼ਾ ਹੀ ਆਪਣੇ ਮਾਪਿਆਂ ਦੇ ਵੱਲ ਲੁੱਝਦੀਆਂ, ਕੁਝ ਵੀ ਹੋਵੇ ਉਹ ਪੇਕਿਆਂ ਨੂੰ ਦਿੰਦੀਆਂ। ਤੁਹਾਡੀਆਂ ਧੀਆਂ ਕਿੰਨਾ ਕੁ ਕਰਦੀਆਂ ਪੇਕਿਆਂ ਦਾ? ਹਾਂ ਬਿਲਕੁਲ ਬਿਲਕੁਲ, ਉਹਨਾਂ ਦੇ ਮਨ ਵਿੱਚ ਬੱਚੀਆਂ ਜਿਹੜੀਆਂ ਬਾਹਰ ਗਈਆਂ ਨੇ ਪੜ੍ਹਨ, ਤੇ ਉਹ ਨਾਲ ਥੋੜ੍ਹਾ ਬਹੁਤਾ ਕੰਮ ਕਰਦੀਆਂ, ਤੇ ਉਹ ਮੈਨੂੰ ਉਹਨੇ ਮੈਨੂੰ ਦਸਵੰਧ ਭੇਜਿਆ। ਸੱਚੀ ਵੀਰ ਜੀ, ਮੇਰੇ ਮਨ ਨੂੰ ਇੰਝ ਹੋਇਆ, ਤੂੰ ਇੰਨੀ ਠੰਡ 'ਚ ਇੰਨਾ ਕੰਮ ਕਰਦੀ, ਆਏ ਤੂੰ ਅਜੇ ਨਾ ਕਰੀ, ਅਜੇ ਤੂੰ ਛੋਟੀ ਆ, ਅਜੇ ਤੂੰ ਨਿੱਕੀ ਆ, ਤੇ ਵੱਡੀ ਹੋ ਜਾ, ਮੈਨੂੰ ਬਾਅਦ 'ਚ ਤੂੰ ਦਸਵੰਧ ਦੇ ਦੀ, ਕੋਈ ਨਹੀਂ, ਸਾਰੀ ਲਾਈਫ ਅਜੇ ਪਈ ਹੈ। ਤੇ ਬੱਚੀਆਂ ਦਿਹਾੜੀ ਦੇ 10-10 ਫੋਨ ਕਰਦੀਆਂ ਨੇ। ਬੱਚੀਆਂ ਸੱਚੀ ਬੜੀਆਂ ਪਿਆਰੀਆਂ ਹੁੰਦੀਆਂ ਨੇ, ਉਹ ਜਿੱਥੇ ਵੀ ਚਲ ਜਾਣ, ਉਹਨਾਂ ਦੀ ਟਿੰਝ ਜਿਹੜੀ ਆ ਉਹਨਾਂ ਦੀ ਮਾਂ ਦੇ ਵਿੱਚ ਹੁੰਦੀ ਹੈ, ਉਹਨਾਂ ਦਾ ਜਿਹੜਾ ਮਨ ਹੈ, ਉਹਨਾਂ ਦੀ ਰੂਹ ਜਿਹੜੀ ਆ ਉਹ ਯੂਨੀਕ ਹੋਮ 'ਚ। ਬਿਲਕੁਲ, ਯੂਨੀਕ ਹੋਮ ਦੇ ਵਿੱਚੋਂ ਮਾਈ ਭਾਗੋ ਦੀਆਂ ਵਾਰਸ ਪੈਦਾ ਹੋ ਰਹੀਆਂ? ਹਾਂਜੀ ਹੋ ਰਹੀਆਂ ਨੇ ਜੀ, ਮੇਰੀਆਂ ਹੁਣ ਇੰਟਰਸਟ ਹੈ ਇੱਥੇ, ਬਟ ਜਿਹੜਾ ਵਿਚਲੀ ਸਾਰੀ ਮੈਨੇਜਮੈਂਟ ਹੈ, ਜੋ ਕੰਮ ਕਰਨਾ ਹੈ, ਜੋ ਹੋਣਾ ਹੈ, ਉਹ ਬੱਚੀਆਂ ਹੀ ਕਰ ਰਹੀਆਂ ਨੇ। ਅੱਛਾ, ਜਿਵੇਂ ਖਾਣਾ ਬਣਦਾ ਜਾਂ ਕੁਝ ਹੋਰ ਹੈ, ਕਿਸੇ ਹੋਰ ਤਰ੍ਹਾਂ ਦੀ ਸਕਿੱਲ ਆ, ਉਹ ਵੀ ਅੰਦਰ ਸਿਖਾਉਣੇ ਹੋ ਫਿਰ ਬੱਚਿਆਂ ਨੂੰ ਜੀ? ਹਾਂ, ਬੱਚੀਆਂ ਬਹੁਤ ਵਧੀਆ, ਬਹੁਤ ਹੀ। ਇੱਕ ਤਾਂ ਮੇਰੀ ਬੱਚੀ, ਉਹਦਾ ਨਾਂ ਅੰਜੂ ਹੈ ਜੀ। ਉਹ ਤਾਂ 5 ਸਟਾਰ ਵਰਗਾ ਵੀ ਉਹਦਾ ਖਾਣਾ ਹੁੰਦਾ। ਹਾਂ, ਕਰਦੀਆਂ ਬੱਚੀਆਂ ਨੂੰ ਆਲ ਰਾਊਂਡਡ ਸਾਰਾ ਕੰਮ ਬੱਚੀਆਂ ਨੂੰ ਦੱਸਣਾ, ਕਰਨਾ ਨਾ ਕਰਨਾ ਵੱਖਰਾ ਹੈ, ਬਟ ਉਹਨਾਂ ਨੂੰ ਆਉਣਾ ਸਾਰਾ ਚਾਹੀਦਾ। ਬੱਚੀ ਖਾਸ ਕਰਕੇ ਬੇਟੀ ਨੂੰ ਤੇ ਬਿਲਕੁਲ, ਮੇਰੀਆਂ ਸਾਰੀਆਂ ਬੇਟੀਆਂ ਨੂੰ ਗੱਡੀਆਂ ਚਲਾਉਂਦੀਆਂ ਨੇ, ਸਾਰੇ ਘਰ ਦਾ ਬਾਹਰ ਦਾ ਕੰਮ ਵੀ ਆਪੇ ਕਰਦੀਆਂ ਨੇ, ਘੁੰਮ ਫਿਰ ਕੇ ਗੱਡੀਆਂ ਉਹਨਾਂ ਨੂੰ ਸਿਖਾਈਆਂ ਹੋਈਆਂ ਨੇ। ਉਹਨਾਂ ਦੇ ਵਿੱਚ ਇੱਕ ਸਪਿਰਿਟ ਵੀ ਭਰੀ ਹੋਈ ਹੈ। ਉਹ ਜੇ ਮੰਨ ਲਓ ਕਿ ਅੱਧੀ ਰਾਤ ਨਾਲ ਬੈਲ ਵੱਜੀ ਹੈ ਤੇ ਮੈਂ ਘਰ ਨਹੀਂ, ਤੇ ਮੇਰੀ ਬੇਟੀ ਨੇ ਅੱਧੀ ਰਾਤ ਨਾਲ ਬੱਚਾ ਡਾਕਟਰ ਕੋਲ ਲੈ ਜਾਣਾ ਗੱਡੀ ਚਲਾ ਕੇ ਆਪ। ਹਾਂ, ਹਾਂਜੀ, ਵੱਡੀਆਂ ਪ੍ਰਾਪਤੀਆਂ ਨੇ, ਔਰ ਲੋਕਾਂ ਦਾ ਸਹਿਯੋਗ, ਸਮਾਜ ਦਾ ਨਜ਼ਰੀਆ ਤੁਸੀਂ ਬਦਲਣ ਦੇ ਸਮਰੱਥ ਹੋਏ ਹੋ। ਕੋਸ਼ਿਸ਼ ਤਾਂ ਬੜੀ ਹੈ, ਕਾਫਲਾ ਵੀ ਜੁੜ ਗਿਆ ਹੋਊਗਾ, ਤੇ ਸਫ਼ਰ ਵੀ ਛੋਟਾ ਨਹੀਂ। ਅਸੀਂ ਉਹਨਾਂ ਦਾ ਕੁਝ ਕੁ ਗੱਲਾਂ ਦਾ ਜ਼ਿਕਰ ਕਰੀਏ ਕਿ ਅੜਿੱਕੇ ਆਏ ਤੇ ਕਿਤੇ ਦ੍ਰਿੜ ਇਰਾਦੇ, ਤੇ ਜਿੱਥੇ ਉਹ ਗੱਲ ਆ ਜਾਂਦੀ ਹੈ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ, ਉਹ ਨਿਸ਼ਚੇ ਦੀ ਗੱਲ। ਹਾਂ, ਪ੍ਰੋਬਲਮ ਇਸ ਤਰ੍ਹਾਂ ਦੀਆਂ ਆਈਆਂ। ਇੱਕ ਮੈਂ ਹੋਮ 'ਚ ਕੰਮ ਕਰਦੀ ਸੀ, ਆ ਕੋਈ 15 ਕੁ ਸਾਲ ਸ਼ੁਰੂਆਤ ਵਿੱਚ ਉੱਥੇ ਕੀਤਾ, ਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਗਲਤ ਕੰਮ ਕਰ ਰਹੇ ਹੋ, ਇਹ ਨਹੀਂ ਹੋਣਾ ਚਾਹੀਦਾ, ਨਾ ਇਸ ਤਰ੍ਹਾਂ ਕਰਨਾ, ਨਾ ਕਰਨ ਦੇਣਾ। ਤੇ ਉਹਦੇ ਵਿੱਚ ਫਿਰ ਬੜਾ ਵਾਹ ਵੇਲਾ ਹੋਇਆ ਕਿ ਮੈਂ ਦੱਸ ਹੀ ਨਹੀਂ ਸਕਦੀ ਕਿੰਨਾ ਕੁ ਹੋਇਆ ਉਹਨਾਂ ਦਿਨਾਂ ਵਿੱਚ। ਫਿਰ ਇੱਥੇ ਸਾਡੇ ਗੜੇ ਤੋਂ ਸਰਦਾਰ ਨੌਨਿਹਾਲ ਸਿੰਘ ਜੀ ਸਨ, ਚੱਠਾ ਸਾਹਿਬ ਜੀ, ਤੇ ਉਹ ਮੈਨੂੰ ਕਹਿੰਦੇ ਵੀ ਭੈਣ, ਕੰਪਰੋਮਾਈਜ਼ ਤੇ ਅਸੀਂ ਕਰਨਾ ਨਹੀਂ, ਈਵਲ ਨਾਲ ਅਸੀਂ ਫਾਈਟ ਕਰਨਾ ਪੂਰਾ। ਤੇ ਗੁਰੂ ਸਾਹਿਬ ਜੀ ਨੇ ਫਤਿਹ ਬਖਸ਼ੀ। ਫਿਰ ਉਹਦੇ ਵਿੱਚ ਇਹ ਹੋਣਾ ਪਿਆ ਕਿ ਫਿਰ ਸੈਪਰੇਟ ਹੋਣਾ ਪਿਆ, ਤੇ ਉਹਨਾਂ ਦਾ ਬੜਾ ਫਿਰ ਸਹਿਯੋਗ ਰਿਹਾ, ਬੇਤਹਾਸ਼ਾ ਸਹਿਯੋਗ ਰਿਹਾ। ਜਦੋਂ ਤੁਸੀਂ ਸੁਹਿਰਦਤਾ ਨਾਲ ਕੰਮ ਕਰ ਰਹੇ ਹੋ, ਅੰਦਰ ਦੀ ਤਹਿ ਤੋਂ, ਤੁਹਾਨੂੰ ਕਹਿਣ ਦੀ ਲੋੜ ਨਹੀਂ ਰਹਿੰਦੀ ਤੂੰ ਹੀ ਆ, ਤੂੰ ਹੀ ਆ। ਤੁਹਾਡੇ ਨਾਲ ਬਹੁਤ ਚੰਗੀ ਸੋਚ ਵਾਲੇ ਲੋਕ ਜੁੜਦੇ ਜਾਂਦੇ ਨੇ, ਤੁਹਾਨੂੰ ਮਿਲਦੇ ਜਾਂਦੇ ਨੇ। ਔਰ ਮੈਂ ਤੇ ਇਹ ਵੇਖਿਆ ਵੀ ਗੁਰੂ ਸਾਹਿਬ ਵੀ ਤੁਹਾਡੇ ਸਿਰ ਤੇ ਹੱਥ ਰੱਖਦੇ ਆ ਜਦੋਂ ਤੁਸੀਂ ਕਰਤਾ ਪੁਰਖ ਖਲੋਇਆ। ਮੈਂ ਵੇਖਿਆ, ਮੈਂ ਪ੍ਰੈਕਟੀਕਲ ਵੇਖਿਆ। 2 ਬੱਚਿਆਂ 'ਚ ਸਾਰੀ ਜ਼ਿੰਦਗੀ ਬੰਦਾ ਗਾਲ ਦਿੰਦਾ, ਹਾਏ ਘਰ ਚਾਹੀਦਾ, ਕਾਰ ਚਾਹੀਦੀ, ਸਾਰਾ ਕੁਝ ਚਾਹੀਦਾ, ਨੈਚੁਰਲੀ ਬਰਥ ਦਿੱਤਾ। ਸਹੀ, ਪਰ ਇੱਥੇ ਕਿਹੜੇ ਨਾਨਕੇ ਤੇ ਦਾਦਕੇ ਤੇ ਕਿਹੜੀਆਂ ਮਾਵਾਂ ਤੇ ਕਿਹੜੀਆਂ ਤੇ ਕੀ, ਤੇ ਗੁਰੂ ਸਾਹਿਬ ਜੀ ਨੇ ਕੋਈ ਕਮੀ ਨਹੀਂ ਛੱਡੀ। ਵਿੱਚ ਆਪ 10ਵੇਂ ਪਾਤਸ਼ਾਹ ਹਾਜ਼ਰ ਹੁੰਦੇ ਆ, ਗੁਰੂ ਨਾਨਕ ਸਾਹਿਬ ਪ੍ਰਤੱਖ ਹਾਜ਼ਰ। ਅੱਜ ਉਹ ਦਿਸ ਰਿਹਾ ਕਿ ਸਾਰਾ ਪ੍ਰਤੱਖ। ਮੈਨੂੰ ਇੱਕ ਮਹਾਂਪੁਰਖ ਮਿਲੇ, ਮੈਨੂੰ ਕਹਿਣ ਲੱਗੇ, ਬੱਚੀਏ ਇੱਥੇ ਸੱਚ ਬੋਲਦਾ, ਸੱਚ ਨੱਚਦਾ ਜੀ, ਤੈਨੂੰ ਕੁਝ ਕਹਿਣ ਦੀ ਲੋੜ ਨਹੀਂ, ਆ ਸੱਚ ਕਹਿੰਦੇ ਨੱਚ ਰਿਹਾ। ਉਹ ਜੂ ਸਨ, ਸਿੰਘ ਸੱਜੇ ਸੀ, ਤੇ ਕੈਨੇਡਾ ਤੋਂ ਆਏ ਸੀ। ਉਹ ਕਹਿੰਦੇ ਮੈਨੂੰ ਫੀਲਿੰਗਸ ਆ ਰਹੀਆਂ ਨੇ ਇੱਥੇ ਸੱਚ ਨੱਚਦਾ। ਔਰ ਹੁੰਦਾ ਹੈ ਜੇ ਅਸੀਂ ਆਪਣੇ ਜੀਵਨ ਦੀ ਘਾੜਤ ਨੂੰ ਇਸ ਤਰ੍ਹਾਂ ਦਾ ਕੱਢ ਲਈਏ, ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੇ। ਸਹਿਯੋਗ ਦੀ ਗੱਲ ਜੇ ਚੱਲਦੀ ਹੈ ਤਾਂ ਅੱਜ ਜੇ ਕੋਈ ਤੁਹਾਡੇ ਨਾਲ ਜੁੜਨਾ ਚਾਹੁੰਦਾ, ਟਰਸਟ ਨਾਲ ਜੁੜਨਾ ਚਾਹੁੰਦਾ, ਬੱਚੀਆਂ ਦਾ ਸਹਿਯੋਗ ਕਰਨਾ ਚਾਹੁੰਦਾ, ਕਿਵੇਂ ਹੋ ਸਕਦਾ ਜੀ? ਉਹ ਹੁਣ ਜਿਵੇਂ ਉਹਨਾਂ ਦੀ ਇੱਛਾ ਹੋਵੇ,
ਸਾਡੇ ਕੋਲੋਂ ਫਾਈਨੈਂਸ਼ੀਅਲ ਵੀ ਕਰ ਸਕਦੇ ਨੇ। ਜੇ ਕੋਈ ਸਾਨੂੰ ਦੂਜੀ ਬੱਚਿਆਂ ਦੇ ਨਾਲ ਹੋਰ ਵੀ ਕੋਈ ਕਈ ਬੜੀ ਤਰ੍ਹਾਂ ਦੀ ਸੇਵਾ ਹੁੰਦੀ ਹੈ, ਜੀ ਉਸ ਸਾਡੇ ਨਾਲ ਕੰਟੈਕਟ ਕਰਕੇ ਸਾਨੂੰ ਪੁੱਛ ਸਕਦੇ ਆ ਸਾਰਾ ਵੇਰਵਾ, ਤੇ ਉਹ ਜੁੜ ਸਕਦੇ ਆ ਜੀ। ਤੇ ਸੰਪਰਕ ਕਰਨਾ ਹੋਵੇ ਫਿਰ ਕਿਵੇਂ ਹੁੰਦਾ ਜੀ ਯੂਨੀਕ ਹੋਮ ਦੇ ਨਾਲ? ਉਹ ਤੁਸੀਂ ਸਾਡਾ ਨੰਬਰ ਨੋਟ ਕਰ ਲਓ ਜੀ 8284851583 ਜੀ ਇਹਦੇ ਤੇ ਕੰਟੈਕਟ ਕਰ ਸਕਦੇ ਆ 8284851583 ਤੇ ਜੀ। ਤੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ, ਕੋਈ ਵੀ ਗੱਲ ਤੇ ਜੁੜ ਸਕਦੇ ਆ ਜੀ। ਅਗਲੀ ਗੱਲ ਹੈ ਜੀ ਕਿ ਪਦਮ ਸ਼੍ਰੀ ਹੋ ਗਏ ਹੋ ਤੁਸੀਂ, ਮਾਤਾ ਸ਼੍ਰੀ ਤੋਂ ਅੱਗੇ ਜਾਂ ਮਾਤਾ ਸ਼੍ਰੀ ਤੋਂ ਵੱਡਾ ਰੁਤਬਾ? ਇਹ ਤੇ ਅੱਗੇ ਜਾ ਕੇ ਪਤਾ ਲੱਗਣਾ ਨਾ ਕਿ ਬੰਦਿਆਂ ਤੂੰ ਕੀ ਕਰਕੇ ਆਇਆ। ਮੈਂ ਕੋਈ ਏਡੀ ਵੱਡੀ ਗੱਲ ਨਹੀਂ ਇਹਦੀ, ਬਿਲਕੁਲ ਨਹੀਂ। ਇਹ ਤਾਂ ਉੱਥੇ ਪਤਾ ਲੱਗਣਾ ਕਿ ਕਿੰਨਾ ਕਿਸੇ ਹਿਰਦਤਾ ਨਾਲ ਕੀਤਾ ਤੇ ਕੀ ਕੀਤਾ ਹੈ। ਸਹੀ। ਹਾਂਜੀ, ਇਹ ਗੁਰਮੁਖ ਦੇ ਜਾਂ ਗੁਰਮਤ ਦੇ ਵੀ ਗਹਿਣੇ ਨੇ ਕਿ ਮਨ ਨੀਵਾਂ ਮਤ ਉੱਚੀ। ਨਹੀਂ, ਰਿਐਲਿਟੀ ਹੈ, ਇਹੀ ਸੱਚਾਈ ਹੈ, ਇਹੀ ਸੱਚਮੁੱਚ ਹੈ। ਚਲੋ ਇਹ ਵਡਿਆਈ ਹੈ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਪਰ ਇਹਦੇ ਵਿੱਚ ਕੋਈ ਐਡੀ ਗੱਲ ਨਹੀਂ ਗੀ। ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੀ? ਸੁਸਾਇਟੀ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਪ੍ਰਮਾਤਮਾ ਕਰੇ ਕਿ ਬੇਬੀ ਕ੍ਰੈਡਲ ਨਾ ਬਣਨ, ਰੱਬ ਕਰੇ ਕਿ ਬਿਰਧ ਹੋਮ ਵੀ ਨਾ ਬਣਨ, ਸਹੀ ਨਾ ਹੀ ਬਣਨ। ਸੱਚੇ ਪਾਤਸ਼ਾਹ ਇਹ ਹੋਂਦ 'ਚ ਹੀ ਨਾ ਆਉਣ, ਕਿ ਸਾਨੂੰ ਪ੍ਰਮਾਤਮਾ ਇੰਨੀ ਬੁੱਧ ਬਖਸ਼ਿਸ਼ ਕਰੇ ਕਿ ਅਸੀਂ ਆਪਣੇ ਬੱਚਿਆਂ ਨੂੰ ਬੋਰਨ ਕੀਤਾ, ਉਹਨਾਂ ਨੂੰ ਪਾਲੀਏ। ਸਾਡੇ ਬਜ਼ੁਰਗ ਨੇ ਸੜਕਾਂ 'ਤੇ ਰੁਲਦੇ ਆ, ਉਹਨਾਂ ਨੂੰ ਸਾਂਭੀਏ। ਸਾਨੂੰ ਇੰਨੀ ਸਮੱਤ ਬਖਸ਼ਿਸ਼ ਕਰਨ ਗੁਰੂ ਸਾਹਿਬ ਕਿ ਅਸੀਂ ਇਹਨਾਂ ਦਾ ਇਹ ਹਸ਼ਰ ਨਾ ਕਰੀਏ। ਪਰ ਨਾਲੇ ਮੈਂ ਕਹਿੰਦੀ ਹਾਂ ਕਿ ਮੰਨ ਲਓ ਕੋਈ ਦੁਨਿਆਵੀ ਮਨ ਹੈ, ਕੋਈ ਪ੍ਰੋਬਲਮ ਆ ਗਈ, ਬੱਚੀਆਂ ਜ਼ਿਆਦਾ ਹੋ ਗਈਆਂ, ਪਾਵਰਟੀ ਕਾਜ਼ ਹੋ ਗਿਆ, ਕੋਈ ਮੈਰਿਜ ਟੁੱਟ ਗਈ ਹੈ, ਪਰ ਤੁਹਾਨੂੰ ਇਹ ਹੱਕ ਕਿਹਨੇ ਦਿੱਤਾ ਹੈ ਕਿ ਤੁਸੀਂ ਬੱਚੀ ਨੂੰ ਮਾਰ ਕੇ ਤੇ ਸੁੱਟ ਦਿਓ? ਇਹ ਤੇ ਸਾਨੂੰ ਰੱਬ ਨੇ ਹੱਕ ਨਹੀਂ ਦਿੱਤਾ ਨਾ। ਮੈਂ ਇਹ ਸੁਸਾਇਟੀ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਣੇ ਬੱਚੇ ਬੋਰਨ ਕਰਕੇ ਔਖੇ ਸੌਖੇ ਜਿਸ ਤਰ੍ਹਾਂ ਵੀ ਹੋਈਏ ਅਸੀਂ ਆਪਣੇ ਬੱਚਿਆਂ ਨੂੰ ਪਾਲੀਏ। ਪਰ ਜੇ ਕਿਤੇ ਕੋਈ ਐਡੀ ਵੱਡੀ ਪ੍ਰੋਬਲਮ ਆ ਗਈ ਹੈ ਤੇ ਰੱਬ ਦਾ ਵਾਸਤਾ ਬੱਚੀਆਂ ਨੂੰ ਮਾਰੋ ਨਾ, ਕੁੱਤਿਆਂ ਅੱਗੇ ਨਾ ਸੁੱਟੋ, ਬਿੱਲੀਆਂ ਅੱਗੇ ਨਾ ਸੁੱਟੋ। ਤੁਸੀਂ ਸਾਨੂੰ ਇੱਕ ਕਾਲ ਕਰ ਦਿਓ 8284851583 ਤੇ ਅਸੀਂ ਖੁਦ ਬੱਚਾ ਬੜੀ ਰਿਸਪੈਕਟਫੁਲੀ ਲੈ ਕੇ ਆਵਾਂਗੇ। ਬੱਚੀ ਨੂੰ ਮਾਰੋ ਨਾ, ਬੱਚੀ ਨੂੰ ਸੁੱਟੋ ਨਾ। ਮੈਂ ਹੀ ਸਾਰੀ ਸੰਗਤ ਅੱਗੇ ਬੇਨਤੀ ਕਰਦੀ ਹਾਂ ਕਿ ਸਾਨੂੰ ਇਹ ਰੱਬ ਨੇ ਹੱਕ ਨਹੀਂ ਦਿੱਤਾ ਕਿ ਬੱਚੀਆਂ ਨੂੰ ਮਾਰਨਾ। ਤੇ ਬੱਚੀਆਂ ਅੱਜ ਕੱਲ੍ਹ ਘੱਟ ਕਿਹਦੇ ਨਾਲੋਂ ਨੇ? ਸਹੀ ਹੈ, ਬੱਚਿਆਂ ਨਾਲੋਂ ਤਾਂ ਅੱਗੇ ਜਾ ਰਹੀਆਂ ਨੇ। ਤੇ ਫਿਰ ਸਾਡੇ ਗੁਰੂਆਂ ਪੀਰਾਂ ਮਹਾਂਪੁਰਖਾਂ ਨੇ ਸਾਨੂੰ ਸਮੱਤ ਦਿੱਤੀ, ਸਾਨੂੰ ਲਿਖ ਕੇ ਇੱਕ ਰਿਟਨ ਦੇ ਦਿੱਤਾ ਕਿ ਭਾਈ ਆ ਜਿਹੜੀ ਫੀਮੇਲ ਹੈ ਇਹਨੇ ਐਡੇ ਐਡੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ ਤੇ ਇਹਦੀ ਇਹ ਦੁਰਦਸ਼ਾ ਨਾ ਕਰੋ। ਤੇ ਅਸੀਂ ਸਾਡੀ ਸੁਸਾਇਟੀ ਕਿੱਧਰ ਨੂੰ ਤੁਰ ਪਈ, ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕਿ ਇਹਦੇ ਵਿੱਚ ਅਸੀਂ ਆਪਣੀ ਸਭ ਤੋਂ ਮੇਨ ਕਾਰਨ ਗੁਰੂਆਂ ਮਾਂ ਪੀਰਾਂ ਗੁਰਬਾਣੀ ਤੋਂ ਟੁੱਟਣਾ। ਜੇ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਢਾਲਿਆ ਹੋਏਗਾ ਤੇ ਸਾਡੀ ਡਿਸਿਪਲਿਨਡ ਲਾਈਫ ਰਹੀ ਹੋਏਗੀ ਜੀ। ਸਾਡੀ ਜੀਵਨ ਦਾ ਡਿਸਿਪਲਿਨ ਕਦੀ ਭੰਗ ਨਹੀਂ ਹੋਵੇਗਾ ਜੇ ਅਸੀਂ ਮਹਾਂਪੁਰਖਾਂ ਦੇ ਬਚਨ ਮੰਨੇ ਹੋਣਗੇ। ਤੇ ਮੈਂ ਤੇ ਇਹੀ ਹੱਥ ਜੋੜਦੀ ਹਾਂ ਸਾਰੀ ਦੁਨੀਆ ਨੂੰ ਕਿ ਇਹ ਦੁਨੀਆ ਦੇ ਲੋਕੋ ਮਹਾਂਪੁਰਖਾਂ ਦੇ, ਸੰਤਾਂ ਭਗਤਾਂ ਦੇ, ਗੁਰਬਾਣੀ ਦੇ, ਗੀਤਾ ਜੀ ਦੇ ਵੀ ਬੜੇ ਸੁੰਦਰ ਸ਼ਲੋਕ ਨੇ ਜੀ ਜੀ, ਔਰ ਮੁਸਲਮਾਨਾਂ ਦੀ ਬਾਣੀ ਜਿਹੜੀ ਉਹ ਵੀ ਬੜੀ ਸੁੰਦਰ ਬਾਣੀ ਹੈ। ਤੇ ਸਾਨੂੰ ਉਹ ਮਹਾਂਪੁਰਖਾਂ ਦੀ ਬਾਣੀ ਆਪਣੇ ਜੀਵਨ 'ਚ ਮੰਨਣੀ ਚਾਹੀਦੀ ਹੈ। ਜਿਹੜੇ ਵੀ ਸੰਸਕਾਰਾਂ ਵਿੱਚ ਅਸੀਂ ਆਏ ਹਾਂ, ਰੱਬ ਨੇ ਸਾਨੂੰ ਭੇਜਿਆ, ਜੀ ਜੀ, ਕੋਈ ਨਾ ਕੋਈ ਤਾਂ ਸਾਡਾ ਧਰਮ ਗੁਰੂ ਹੈ ਨਾ, ਸਾਨੂੰ ਉਹ ਬਚਨ ਮੰਨਣੇ ਚਾਹੀਦੇ ਆ। ਉਹਦੇ ਵਿੱਚ ਸਾਨੂੰ ਆਪਣੇ ਜੀਵਨ ਦੀ ਘਾੜਤ ਘਟਣੀ ਚਾਹੀਦੀ ਹੈ, ਡਿਸਿਪਲਿਨਡ ਲਾਈਫ ਹੋਣੀ ਚਾਹੀਦੀ ਹੈ। ਕੈਸੀ ਡਿਸਿਪਲਿਨਡ ਲਾਈਫ? ਵੇਖੋ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਜੀ, ਛੋਟੇ ਸਾਹਿਬਜ਼ਾਦੇ ਨੇ, ਉਮਰ ਕਿੰਨੀ ਹੈ, ਫੁੱਲ ਪਰ ਬੱਚੇ ਨੇ, ਤੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦੇ ਵਿੱਚ ਇੱਕ ਸਪਿਰਿਟ ਭਰੀ ਹੈ ਕਿ ਜੀਵਨ ਦੀ ਮਰਿਆਦਾ ਤੋਂ ਨਹੀਂ ਡਿੱਗਣਾ, ਈਵਲ ਨਾਲ ਫਾਈਟ ਕਰਨਾ, ਕੰਪਰੋਮਾਈਜ਼ ਨਹੀਂ ਕਰਨਾ। ਔਰ ਛੋਟੇ ਛੋਟੇ ਬੱਚੇ ਸ਼ਹਾਦਤਾਂ ਪਾ ਗਏ, ਈਵਲ ਨਾਲ, ਝੂਠ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਉਹਨਾਂ ਦੀ ਲਾਈਫ ਦਾ ਇੱਕ ਡਿਸਿਪਲਿਨ ਸੀ,
ਇੱਕ ਮਰਿਆਦਾ ਭਰਿਆ ਜੀਵਨ ਸੀ। ਇਹ ਸਾਰਾ ਕੁਝ ਹੀ ਮਰਿਆਦਾ 'ਚ ਆ ਜਾਂਦਾ ਅਗਰ ਇੱਕ ਡਿਸਪਲਿਨਡ ਪਰਸਨੈਲਿਟੀ ਹੋਏਗੀ। ਉਹਦਾ ਹਰ ਕੰਮ ਜੀਵਨ ਦੇ ਵਿੱਚ ਬਹੁਤ ਸੁੰਦਰ ਹੋਏਗਾ ਔਰ ਲੋਕੀ ਆਸ਼ ਕਰਨਗੇ। ਆ ਬੱਚਿਆਂ ਦੀ ਪੈਦਾਇਸ਼ ਦਾ ਹੋਣਾ ਵੀ ਜਦੋਂ ਸਾਡੀ ਲਾਈਫ ਅਸੀਂ ਆਪਣੀ ਮਰਿਆਦਾ ਭੰਗ ਜੀਵਨ ਦੀ ਕਰ ਦਿੰਦੇ ਹਾਂ ਤੇ ਫਿਰ ਇਹ ਕੁਰੀਤੀਆਂ ਤੇ ਆਉਣੀਆਂ ਹੀ ਨੇ। ਤੇ ਮੈਂ ਤੇ ਇਹੋ ਹੀ ਦੁਨੀਆ ਨੂੰ ਕਹਿੰਦੀ ਆ ਵੀ ਇਹਨਾਂ ਬੱਚੀਆਂ ਨੂੰ ਨਾ ਮਾਰੋ, ਇਹਨਾਂ ਨੂੰ ਕੁੱਤਿਆਂ ਬਿੱਲਿਆਂ ਦੇ ਅੱਗੇ ਨਾ ਸੁੱਟੋ। ਭਾਈ ਕਨ੍ਹਈਆ ਜੀ ਚੈਰੀਟੇਬਲ ਟਰਸਟ ਯੂਨੀਕ ਹੋਮ ਜਲੰਧਰ ਸ਼ਹਿਰ ਨਕੋਦਰ ਰੋਡ ਦੇ ਵਿੱਚ ਹੈ ਤੇ ਉੱਥੇ ਸਾਨੂੰ 82 84 85 1583 ਤੇ ਫੋਨ ਕਰ ਦਿਓ, ਅਸੀਂ ਬੱਚੀ ਆਪ ਲੈ ਕੇ ਆਵਾਂਗੇ। ਆ ਥੋੜ੍ਹੇ ਦਿਨ ਹੋ ਗਿਆ ਬੱਚੀ ਇੱਕ ਮਾਰ ਕੇ ਸੁੱਟ ਗਏ, ਨਿਊਲੀ ਬੋਰਨ ਬੱਚੀ। ਮੈਂ ਨਹੀਂ 10 ਮਿੰਟਾਂ ਤੋਂ ਪਹਿਲਾਂ ਡਾਕਟਰ ਕੋਲ ਮੇਰੀ ਬੇਟੀ ਲੈ ਗਈ। ਉਹ ਕਹਿੰਦੇ ਭੈਣ ਜੀ ਇਹਨੂੰ ਤੇ 2 ਘੰਟੇ ਹੋ ਗਏ ਮਾਰੀ ਨੂੰ। ਅੱਛਾ ਉਹ ਤੁਹਾਨੂੰ ਕੀ ਹੱਕ ਹੈ ਬੱਚੀਆਂ ਨੂੰ ਮਾਰਨ ਦਾ? ਸੋ ਤੁਸੀਂ ਵੀ ਆਪਣੇ ਲੈਵਲ 'ਤੇ ਇਹੀ ਇਹਨਾਂ ਲੋਕਾਂ ਦੇ ਅੱਗੇ ਬੇਨਤੀ ਕਰੋ ਕਿ ਬੱਚੀਆਂ ਨੂੰ ਨਾ ਮਾਰੋ, ਕਿ ਰੱਬ ਸਾਨੂੰ ਸਮੱਤ ਬਖਸ਼ਿਸ਼ ਕਰੇ, ਇਹਨਾਂ ਦੀ ਸੇਵਾ ਕਰੋ। ਇਹਨਾਂ ਦੇ ਭਾਗਾਂ ਕਰਮਾਂ ਨੂੰ ਪਤਾ ਨਹੀਂ ਤੁਹਾਨੂੰ ਕਿੱਥੇ ਕਿੱਥੇ ਰੱਬ ਨੇ ਲੈ ਜਾਣਾ ਵਾ। ਤੇ ਮੈਂ ਇਹੀ ਦੁਨੀਆ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ। ਦੂਜਾ ਮੈਂ ਇਹ ਦੇਣਾ ਚਾਹੁੰਦੀ ਹਾਂ ਕਿ ਅਸੀਂ ਬੱਚੀਆਂ ਦਾ ਇੱਕ ਜੁਆਇੰਟਲੀ ਬਰਥਡੇ ਸੈਲੀਬ੍ਰੇਟ ਕਰਦੇ ਹਾਂ 24 ਅਪ੍ਰੈਲ ਨੂੰ ਜੀ। ਤੇ ਸੰਗਤਾਂ ਦੂਰੋਂ ਨੇੜਿਓਂ ਬਾਹਰੋਂ ਬਹੁਤ ਆਉਂਦੀਆਂ ਨੇ ਤੇ 100 kg ਦਾ ਕੇਕ ਕੱਟਿਆ ਜਾਂਦਾ ਜੀ। ਤੇ ਬੱਚੀਆਂ ਸਾਰੇ ਉਸ ਪ੍ਰੋਗਰਾਮ ਵਿੱਚ ਬੱਚੀਆਂ ਦੀ ਹੀ ਪਰਫਾਰਮੈਂਸ ਹੁੰਦੀ ਹੈ ਜੀ। ਉਹ ਸਾਰਾ ਬੱਚੀਆਂ ਹੀ ਕਰਦੀਆਂ ਪ੍ਰੋਗਰਾਮ ਤੇ ਬਹੁਤ ਜ਼ਿਆਦਾ ਸੰਗਤਾਂ ਆਉਂਦੀਆਂ। ਤੋ ਜਦੋਂ ਵੀ ਕੋਈ ਸੰਗਤ ਦੂਰੋਂ ਨੇੜਿਓਂ ਆਵੇ ਤੇ 24 ਅਪ੍ਰੈਲ ਨਾ ਭੁੱਲੇ। ਉਹਦੇ ਵਿੱਚ ਵੀ ਮੇਨ ਮਕਸਦ ਕੀ ਹੈ ਕਿ ਹਰ ਮਾਂ ਭੈਣ ਨੂੰ ਪਤਾ ਹੋਵੇ ਕਿ ਇੱਥੇ ਯੂਨੀਕ ਹੋਮ ਹੈ। ਜਦੋਂ ਵੀ ਕਦੋਂ ਉਹ ਆਪਣੀ ਬੱਚੀ ਨੂੰ ਮਾਰਨ ਲੱਗੇ, ਕੁੱਤਿਆਂ ਅੱਗੇ ਸੁੱਟਣ ਲੱਗੇ, ਉਹਦੀ ਕੌਨਸ਼ੀਅਸ ਉਹਨੂੰ ਅੰਦਰੋਂ ਝੰਜੋੜ ਕੇ ਰੱਖ ਦੇ ਵੀ ਨਾ ਮਾਰ, ਰੁਕ ਜਾ ਰੁਕ ਜਾ ਰੁਕ ਜਾ। ਕਿਤੇ ਕੋਈ ਜਗ੍ਹਾ ਹੈ ਜਿੱਥੇ ਇਹਨਾਂ ਬੱਚੀਆਂ ਦਾ ਵਾਰਮਲੀ ਵੈਲਕਮ ਹੈ, ਉਹ ਹੈ ਯੂਨੀਕ ਹੋਮ ਭਾਈ ਕਨ੍ਹਈਆ ਜੀ ਚੈਰੀਟੇਬਲ ਟਰਸਟ ਜਲੰਧਰ ਸ਼ਹਿਰ ਨਕੋਦਰ ਰੋਡ। ਸੋ ਆਉਣਾ ਨਹੀਂ ਤੁਸੀਂ ਭੁੱਲਣਾ ਤੇ ਬੱਚਿਆਂ ਨੂੰ ਆ ਕੇ ਬਲੈਸਿੰਗਸ ਦੇਣੀਆਂ ਨੇ ਤੇ ਬੱਚਿਆਂ ਨੂੰ ਨਹੀਂ ਮਾਰਨਾ। ਇਹੀ ਮੇਰੀ ਬੇਨਤੀ ਹੈ ਹੱਥ ਜੋੜ ਕੇ। ਤੇ ਇਹਦੇ ਵਿੱਚ ਜੇ ਸਾਡਾ ਜਿਹੜਾ ਤੰਤਰ ਹੈ ਜੀ, ਸਾਡਾ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਇਹ ਅਗਰ ਪੂਰਾ ਸਤਰਕ ਹੋ ਜੇ ਤੇ ਬਹੁਤ ਕੁਝ ਵਧੀਆ ਹੋ ਸਕਦਾ। ਜੇ ਦੂਜੇ ਫੀਲਡ ਵਿੱਚ ਸਾਡੇ ਸਾਰੇ ਆਲ ਓਵਰ ਇੰਡੀਆ 'ਚ ਬੱਚਿਆਂ ਨੇ ਬੜੀਆਂ ਮੱਲਾਂ ਮਾਰੀਆਂ ਜੀ, ਬੜੇ ਬੜੇ ਵਧੀਆ ਪਲੇਅਰ ਤਿਆਰ ਹੋਏ, ਬੜੇ ਬੜੇ ਵਧੀਆ ਡਾਕਟਰ ਟੀਚਰ ਸਭ ਕੁਝ ਤਿਆਰ ਹੋਇਆ ਬਿਲਕੁਲ। ਤੇ ਜੇ ਇਹ ਇੱਕ ਆਪਣੇ ਸ਼ੁਰੂ ਤੋਂ ਬੱਚੇ ਦੇ ਦਿਲ ਦਿਮਾਗ ਤੇ ਉੱਕਰ ਦੇਣ ਇੱਕ ਐਡਾ ਜ਼ਬਰਦਸਤ ਸਬਜੈਕਟ ਲਾਉਣ ਮੋਰਲ ਵੈਲਿਊਜ਼ ਦਾ ਤੇ ਬਚਪਨ ਵਿੱਚ ਹੀ ਬੱਚੇ ਦੇ ਦਿਮਾਗ 'ਚ ਉਹ ਪੈ ਜਾਵੇ ਕਿ ਮੈਂ ਇੱਕ ਡਿਸਪਲਿਨਡ ਲਾਈਫ ਨੂੰ ਜੀਣਾ ਜਿਸ ਤਰ੍ਹਾਂ ਮੇਰੇ ਗੁਰੂ ਟੀਚਰ ਨੇ ਮੈਨੂੰ ਦੱਸਿਆ। ਔਰ ਉਹ ਲਾਈਟਲੀ ਨਾ ਲਿਆ ਜਾਏ, ਉਹਦਾ ਬਰਾਬਰ ਉਹਦਾ ਤੇ ਧਿਆਨ ਕੇਂਦਰਿਤ ਕੀਤਾ ਜਾਵੇ। ਤੇ ਮੈਨੂੰ ਲੱਗਦਾ ਕਿ ਬੜੇ ਬੜੇ ਨੇਕ ਲੋਕ ਪੈਦਾ ਹੋਣਗੇ। ਤੁਸੀਂ ਵੇਖੋ ਪਿਛਲੇ ਸਮਿਆਂ 'ਚ ਜਿਹੜੇ ਸਾਧੂ ਸੰਤ ਮਹਾਂਪੁਰਖ ਜਿੰਨੇ ਸੂਰਮੇ ਯੋਧੇ ਹੋਏ ਜੀ, ਕਿੱਥੋਂ ਲਈ ਉਹਨਾਂ ਨੇ ਆਪਣੇ ਗੁਰੂ ਕੋਲ 'ਚੋਂ ਐਜੂਕੇਸ਼ਨ ਲਈ। ਸਹੀ ਪਾਠਸ਼ਾਲਾ ਜਾਂਦਾ ਸੀ, ਉੱਥੇ ਉਹਨੇ ਉਹ ਐਜੂਕੇਸ਼ਨ ਲਈ, ਉੱਥੋਂ ਉਹਨੇ ਤੀਰਅੰਦਾਜ਼ੀ ਸਿੱਖੀ, ਘੋੜਸਵਾਰੀ ਸਿੱਖੀ, ਆਹ ਕੋਈ ਸਿੱਖਿਆ। ਤੇ ਅਸੀਂ ਕਿਉਂ ਨਹੀਂ, ਸਾਡਾ ਐਜੂਕੇਸ਼ਨ ਡਿਪਾਰਟਮੈਂਟ ਇਹਦੇ ਵੱਲ ਕਿਉਂ ਨਹੀਂ ਧਿਆਨ ਦਿੰਦਾ ਕਿ ਜੇ ਅਸੀਂ ਐਡੇ ਐਡੇ ਵੱਡੇ ਸਾਇੰਟਿਸਟ ਪੈਦਾ ਕਰ ਸਕਦੇ ਹਾਂ ਜੀ, ਐਡੇ ਐਡੇ ਵਧੀਆ ਇਨਸਾਨ। ਬੜੀ ਖੁਸ਼ੀ ਦੀ ਗੱਲ ਹੈ ਔਰ ਬੜੀ ਵਧੀਆ ਗੱਲ ਹੈ ਕਿ ਵਧੀਆ ਤੋਂ ਵਧੀਆ ਇਨਸਾਨ ਪੈਦਾ ਹੋ ਰਿਹਾ। ਤੇ ਜੇ ਇਸ ਸਬਜੈਕਟ ਨੂੰ ਉਹ ਦਿਲੋਂ ਸੰਜੀਦਗੀ ਨਾਲ ਲੈਣ ਤੇ ਮੈਨੂੰ ਲੱਗਦਾ ਕਿ ਜਦੋਂ ਬਚਪਨ ਵਿੱਚ ਹੀ ਬੱਚੇ ਦੇ ਮਾਈਂਡ ਵਿੱਚ ਉਹ ਬੀਜਿਆ ਜਾਣਾ ਕਿ ਮੈਂ ਇੱਕ ਨੇਕ ਇਨਸਾਨ ਬਣਨਾ, ਮੈਂ ਇੱਕ ਹਿਊਮਨ ਹੋਣਾ, ਮੈਂ ਇੱਕ ਹਿਊਮਨ ਮੈਂ ਰੀਅਲੀ ਹਿਊਮਨ ਬਣਾਂਗਾ, ਮੈਂ ਵੱਡਾ ਹੋ ਕੇ ਇੱਕ ਰੀਅਲ ਹਿਊਮਨ ਬਣਾਂਗਾ। ਤੁਸੀਂ ਇੱਕ ਐਗਜ਼ਾਮਪਲ ਲੈ ਲਓ ਕਿ ਮੰਨ ਲਓ ਕਿਸੇ ਜੱਜ ਦੇ ਮਨ 'ਚ ਇਹ ਆ ਗਿਆ ਕਿ ਮੈਂ ਇੱਕ ਰੀਅਲ ਹਿਊਮਨ ਹੋਵਾਂਗਾ, ਬਣਾਂਗਾ, ਔਰ ਉਹਦਾ ਜੀਵਨ ਕਿਰਦਾਰ ਵੇਖੋ, ਨਾ ਉਹ ਝੂਠ ਬੋਲੇਗਾ, ਨਾ ਗਲਤ ਫੈਸਲਾ ਦੇਗਾ, ਨਾ ਉਹ ਕਿਸੇ ਨਾਲ ਜ਼ਿਆਦਤੀ ਕਰੇਗਾ, ਨਾ ਉਹ ਰਿਸ਼ਵਤ ਲਏਗਾ। ਉਹ ਤੇ ਚਾਨਣ ਮੁਨਾਰਾ ਬਣ ਜਾਏਗਾ ਸਾਡੀ ਸੁਸਾਇਟੀ ਨੂੰ, ਉਹ ਸਿਰਜ ਦੇਗਾ ਫੜ ਕੇ। ਸੋ ਮੈਂ ਤੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਵੀ ਕਹਿੰਦੀ ਹਾਂ ਕਿ ਇਹਦੇ ਤੇ ਸੰਜੀਦਗੀ ਨਾਲ ਇਹ ਵੇਖਣ ਕਿੱਥੇ ਬਲਾਤਕਾਰ ਹੋ ਰਿਹਾ। 6 ਮਹੀਨੇ ਦੀ ਬੱਚੀ ਨਾਲ ਬਲਾਤਕਾਰ, ਆ ਪਿਛਲੇ ਹਫਤੇ ਬੱਚੀ ਫੇਰ ਕੋਈ ਮਾਰ ਕੇ ਸੁੱਟ ਗਿਆ। ਇਹ ਆ ਬੁੱਧੀ ਜਿਹੜੀ ਹੈ, ਇਸ ਬੁੱਧੀ ਨੂੰ ਕੋਈ ਤੇ ਠੱਲ ਪਏਗੀ ਨੇਕ ਇਨਸਾਨ ਪੈਦਾ
ਹੋਣਗੇ, ਨੇਕ ਇਨਸਾਨ ਬਣਨਗੇ, ਇੱਕ ਸੋਹਣੇ ਸਮਾਜ ਦੀ ਸਿਰਜਣਾ ਹੋਏਗੀ, ਸਿਰਜਨਾਤਮਕ ਉਹ ਵੇ ਹੋਏਗਾ। ਜੇ ਸਾਡੀ ਸੁਸਾਇਟੀ ਐਡੀ ਵਧੀਆ ਸੋਹਣੀ ਬਣ ਜਾਏਗੀ ਤੇ ਕ੍ਰਾਈਮ ਬਹੁਤ ਘਟੇਗਾ। ਕ੍ਰਾਈਮ ਨੂੰ ਹੁਣ ਜਿੰਨਾ ਕ੍ਰਾਈਮ ਇਸ ਵੇਲੇ ਹੈਗਾ ਅੱਗੇ ਨਾਲੋਂ ਤੇ ਵੈਸੇ ਪਹਿਲੇ ਨਾਲੋਂ ਤੇ ਜਿਹੜੀਆਂ ਸਾਡੇ ਮਾਨਯੋਗ ਜੱਜਸ ਨੇ ਬਹੁਤ ਸੋਹਣਾ ਕੰਮ ਕਰ ਰਹੇ ਆ, ਮਤਲਬ ਫਾਸਟ ਦੇ ਰਹੇ ਨੇ ਉਹ ਜਿਹੜੇ ਵੀ ਇੰਨੀਆਂ ਕੁਰੀਤੀਆਂ ਦੇ ਹੈਗੇ ਆ ਸਿਸਟਮ ਚੱਲ ਰਹੇ ਨੇ, ਬਟ ਅਜੇ ਬਹੁਤ ਕੁਛ ਕਰਨ ਵਾਲਾ ਬਾਕੀ ਹੈ। ਤਾਂ ਹੀ ਬੱਚੀਆਂ ਸਾਡੀਆਂ ਸੁਰੱਖਿਅਤ ਰਹਿ ਸਕਦੀਆਂ ਨੇ। ਬਟ ਮੈਂ ਫੇਰ ਇਹ ਕਹਿੰਦੀ ਹਾਂ ਕਿ ਜੇ ਐਜੂਕੇਸ਼ਨ ਡਿਪਾਰਟਮੈਂਟ ਇਹ ਆਪਣੇ ਮੋਢਿਆਂ ਤੇ ਲੈ ਲੇ ਵੀ ਅਸੀਂ ਇੱਕ ਇਸ ਫੀਲਡ ਨੂੰ ਇੰਨਾ ਵਧਾਉਣਾ ਹੈ। ਸ਼੍ਰੀ ਰਾਮਚੰਦਰ ਜੀ ਵਰਗੇ ਵੀ ਤੇ ਇੱਥੇ ਹੀ ਪੈਦਾ ਹੋਏ ਨਾ, ਕਿ ਉਹਨਾਂ ਨੂੰ ਅਸੀਂ ਮਰਿਆਦਾ ਪੁਰਸ਼ੋਤਮ ਕਹਿੰਦੇ ਆ। ਉਹਨਾਂ ਨੇ ਆਪਣੇ ਗੁਰੂਕੁਲ ਚੋਂ ਮਰਿਆਦਾ ਪੁਰਸ਼ੋਤਾ ਸਿੱਖੀ, ਉੱਥੋਂ ਹੀ ਸਿੱਖੀ ਨਾ। ਗੁਰੂਆਂ ਦੇ ਜੀਵਨ ਲੈ ਲਓ, ਗੁਰੂਆਂ ਨੇ ਅੱਗੋਂ ਗੁਰੂਆਂ ਨੂੰ ਸਿਖਾ ਕੇ ਜਿਹੜਾ ਫਿੱਟ ਨਹੀਂ ਉਹਨੂੰ, ਜਿਹੜਾ ਗੱਦੀ ਦੇ ਯੋਗ ਨੇ ਉਹਨੂੰ ਕਿ ਪਰੇ ਹੋ ਜਾ। ਰੀਅਲ ਡੈਮੋਕ੍ਰੇਸੀ ਸਿੱਖਣੀ ਹੋਏ ਤੇ ਗੁਰੂਆਂ ਤੋਂ ਕੋਈ ਸਿੱਖੇ। ਕਿ ਆਪਣੇ ਜੰਮੇ ਪੁੱਤ ਨੂੰ ਕਿਹਾ ਨਾ, ਯੂ ਆਰ ਨਾਟ ਫਿਟ ਫॉर ਦਿਸ ਥਿੰਗ, ਤੂੰ ਇੱਧਰ ਹੋ ਜਾ, ਜਿਹੜਾ ਫਿੱਟ ਵੈ ਮੈਂ ਉਹਨੂੰ ਇਹ ਗੱਦੀ ਦੇਣੀ ਹੈ। ਤੇ ਜੇ ਸਾਰੇ ਗੁਰੂਆਂ ਨੇ ਕੀਤਾ ਤੇ ਸਾਨੂੰ 10ਵੇਂ ਪਾਤਸ਼ਾਹ ਵੀ ਮਰਿਆਦਾ ਦੇ ਕੇ ਗਏ, ਅਸੀਂ ਉਹੀ ਮਰਿਆਦਾ ਆਪਣੀ ਅਡਾਪਟ ਕਰ ਲਈਏ। ਅਗਰ ਉਹੀ ਮਰਿਆਦਾ ਜੇ ਸਾਡੇ ਐਜੂਕੇਸ਼ਨ ਬੋਰਡ ਵਿੱਚ ਲੱਗ ਜੇ, ਮੈਨੂੰ ਲੱਗਦਾ ਵਾ ਵੀ ਦੁਨੀਆ ਇੱਕ ਵਾਰ ਆਸ਼ਾ ਸ਼ਿਕਾਰ ਉੱਠੇਗੀ, ਕ੍ਰਾਈਮ ਮੁੱਕ ਜਾਏਗਾ, ਸੱਚਮੁੱਚ ਮੁੱਕ ਜਾਏਗਾ। ਕਿਉਂ ਨਹੀਂ ਮੁੱਕੇਗਾ? ਜੇ ਅਸੀਂ ਗੁਰੂਆਂ ਪੀਰਾਂ ਦੀ ਦਿੱਤੀ ਮਰਿਆਦਾ ਨੂੰ ਆਪਣੇ ਜੀਵਨ ਵਿੱਚ ਢਾਲੀਏ, ਉਹ ਆਪਣੇ ਸਬਜੈਕਟ ਨੂੰ ਪੜ੍ਹਾਉਣ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਸਾਰੇ। ਕਿਤੇ ਦੁਨੀਆ ਦੇ ਤਖਤੇ ਤੇ ਇਸ ਤਰ੍ਹਾਂ ਦੀ ਮਰਿਆਦਾ ਨਹੀਂ ਮਿਲਣੀ ਜਿਹੜੀ 10ਵੇਂ ਪਾਤਸ਼ਾਹ ਨੇ ਸਾਨੂੰ ਇੱਕ ਮਰਿਆਦਾ ਦਿੱਤੀ। ਜਿਨ੍ਹਾਂ ਦਿਨਾਂ 'ਚ ਲੇਡੀ ਆਪਣਾ ਹੱਥ ਨਹੀਂ ਬਾਹਰ ਕੱਢ ਸਕਦੀ ਸੀ, ਅਸੀਂ ਅੱਜ ਕੱਲ੍ਹ ਕੀ ਲੱਗ ਪਏ ਕਹਿਣ ਇਹ ਬੜਾ ਐਡਵਾਂਸ ਪਰਿਵਾਰ ਹੈ। ਇਹ ਤੇ ਬਹੁਤ ਸਟ੍ਰੇਟ ਫਾਰਵਰਡ ਲੋਕ ਨੇ। ਚਲੋ ਭਾਈ ਹੋਣਗੇ, ਠੀਕ ਹੈ, ਮੰਨ ਲੈਂਦੇ ਹਾਂ ਹੋਣਗੇ, ਪਰ ਕਿਹੜਾ ਕਿਹਨੂੰ ਕੀ ਕਹਿ ਰਹੇ ਹੋ? ਐਗਜ਼ਾਮਪਲ ਜਿਹੜੀ ਗੁਰੂਆਂ ਨੇ ਫਿੱਟ ਕੀਤੀ ਕਿ ਮਾਤਾ ਭਾਗ ਕੌਰ ਜੀ ਨੂੰ ਥਾਪੜਾ ਦਿੱਤਾ ਕਿ ਮਾਤਾ ਜੀ ਘੋੜਸਵਾਰੀ ਸਿੱਖੋ, ਮਾਤਾ ਜੀ ਤੀਰਅੰਦਾਜ਼ੀ ਸਿੱਖੋ, ਮਾਤਾ ਜੀ ਤਲਵਾਰ ਚਲਾਉਣੀ ਸਿੱਖੋ, ਤੁਸੀਂ ਯੁੱਧ ਦੇ ਮੈਦਾਨ ਵਿੱਚ ਜਾਣਾ ਤੇ ਤੁਸੀਂ ਯੁੱਧ ਕਰਨਾ। ਇਹ ਦੁਨੀਆ ਦੇ ਲੋਕੋ ਇਹਨੂੰ ਕਹਿੰਦੇ ਨੇ ਸਟ੍ਰੇਟ ਫਾਰਵਰਡ ਹੋਣਾ, ਤੇ ਦੁਨੀਆ ਦੇ ਲੋਕੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਇਹਨੂੰ ਕਹਿੰਦੇ ਐਡਵਾਂਸ ਹੋਣਾ। ਆ ਨੀਤੀ ਆ ਪਾਲਿਸੀ ਆਪਣੀਆਂ ਬੱਚੀਆਂ ਲਈ ਅਡਾਪਟ ਕਰੋ ਕਿ ਇਹਨੂੰ ਕਹਿੰਦੇ ਨੇ ਐਡਵਾਂਸ ਹੋਣਾ। ਔਰ ਜਿਨ੍ਹਾਂ ਦਿਨਾਂ 'ਚ ਔਰਤ ਆਪਣੇ ਘਰੋਂ ਬਾਹਰ ਨਹੀਂ ਸੀ ਨਿਕਲਦੀ, 10ਵੇਂ ਪਾਤਸ਼ਾਹ ਨੇ ਮਾਤਾ ਜੀ ਨੂੰ ਚੁੰਨੀ ਵੀ ਉਤਾਰਤੀ ਕਿ ਮਾਤਾ ਜੀ ਇਹ ਤੁਹਾਨੂੰ ਜੰਗ ਦੇ ਯੁੱਧ ਵਿੱਚ ਤੰਗ ਕਰੇਗੀ, ਦਮਾਲਾ ਸਜਾਓ। ਦਮਾਲਾ ਸਜਾਇਆ, ਘੋੜਸਵਾਰੀ ਸਿਖਾਈ, ਤੀਰਅੰਦਾਜ਼ੀ ਸਿਖਾਈ, ਮਾਤਾ ਜੀ ਨੂੰ ਪੂਰੇ ਟੈਕਟ ਸਿਖਾਏ ਯੁੱਧ ਦੇ, ਔਰ ਹਿੰਦੂ ਰਾਜਿਆਂ ਨੂੰ ਮਾਤਾ ਜੀ ਛਡਾ ਕੇ ਲਿਆਏ ਜੰਗ ਦੇ ਮੈਦਾਨ ਦੇ ਵਿੱਚ, ਪੂਰੀ ਫਤਿਹ ਹਾਸਲ ਕੀਤੀ ਮਾਤਾ ਜੀ ਨੇ। ਇਹ ਐਡਵਾਂਸ ਹੋਣਾ। ਅਸੀਂ ਤਾਂ ਪੈ ਗਏ ਪੁੱਠੇ ਕੰਮਾਂ 'ਚ, ਪੁੱਠੇ ਤੋਂ ਪੁੱਠੇ ਕੰਮਾਂ 'ਚ ਪੈ ਕੇ ਕਿਹਾ ਬੜੇ ਐਡਵਾਂਸ ਆ ਜੀ। ਅੱਧੀ ਰਾਤ ਨਾਲ ਸ਼ਰਾਬਾਂ ਪੀਂਦੀਆਂ ਵਾ ਤਾਂ ਅਸੀਂ ਪੀਂਦੇ ਹਾਂ, ਤਾਂ ਬੱਚੀਆਂ ਵੀ ਨਾਲ ਪੀਂਦੀਆਂ ਨੇ, ਐਡਵਾਂਸ ਆ, ਕੋਈ ਗੱਲ ਨਹੀਂ, ਚਲੋ ਮੁਬਾਰਕ ਹੈ, ਪੀਓ ਕਰੋ ਪਹੁੰਚਾ। ਪਰ ਜਿਹੜੀਆਂ ਜੀਵਨ ਦੀਆਂ ਕਦਰਾਂ ਕੀਮਤਾਂ ਨੇ, ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ, ਉਹ ਇਹ ਹੈ। ਦੂਜੀ ਮਰਿਆਦਾ ਲੈ ਲਓ, ਉਹ ਜਦੋਂ ਉਹਦਾ ਮਾਤਾ ਜੀ ਦੀ ਉਹ ਗਵਾਚੀ ਤੋਂ ਉਹਨਾਂ ਨੂੰ ਕਿਹਾ ਵੀ ਇਹ ਤੁਸੀਂ ਜਾਣਦੇ ਹੋ ਵੀ ਇਹ ਕਿਹਦੀ ਹੈ? ਤੇ ਉਹਨੇ ਕਿਹਾ ਜੀ ਨਹੀਂ, ਮੈਂ ਤੇ ਕਦੀ ਉਹਨਾਂ ਦਾ, ਮੈਂ ਤੇ ਜੇ ਪੈਰ ਦੀ ਝਾਂਜਰ ਹੁੰਦੀ ਤੇ ਪਹਿਚਾਣ ਲੈਣੀ ਸੀ, ਇਹ ਤੇ ਗਲੇ ਦਾ, ਮੈਂ ਉਹਨਾਂ ਦਾ ਕਦੀ ਸੀਤਾ ਜੀ ਦਾ ਮੂੰਹ ਹੀ ਨਹੀਂ ਦੇਖਿਆ। ਇਹ ਮਰਿਆਦਾ ਕਿਉਂ ਨਹੀਂ ਤੁਸੀਂ ਅਡਾਪਟ ਕਰਦੇ? ਐਡੀ ਸੱਚੀ ਤੇ ਸੁੱਚੀ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਏਡੀਆਂ ਵੱਡੀਆਂ ਬਖਸ਼ਿਸ਼ਾਂ ਕਰਕੇ ਨਿਵਾਜਿਆ। ਸਾਨੂੰ ਇਹ ਚਾਹੀਦਾ, ਇਹ ਸੁਸਾਇਟੀ ਚਾਹੀਦੀ ਹੈ ਸਾਨੂੰ, ਸਾਡੀ ਸੁਸਾਇਟੀ ਇਸ ਤਰ੍ਹਾਂ ਦੀ ਹੋਵੇ, ਰੰਗ ਰੂਪ ਉਹਦਾ ਇਹ ਹੋਵੇ। ਮਾਤਾ ਭਾਗ ਕੌਰ ਵਾਂਗੂ ਜੀ ਬੱਚੀਆਂ ਸਾਡੀਆਂ ਐਡਵਾਂਸ ਹੋਣ, ਕਿਉਂ ਨਾ ਹੋਣ? ਪੂਰੀ ਜੀਵਨ ਦੀ ਮਰਿਆਦਾ 'ਚ ਰਹਿ ਕੇ ਉਹ ਦੁਨੀਆ ਦਾ ਔਖੇ ਤੋਂ ਔਖਾ ਕੰਮ ਵੀ ਉਹ ਕਰ ਸਕਦੀਆਂ ਨੇ। ਤੇ ਸੋ ਫਿਰ ਮੈਂ ਉਸੇ ਗੱਲ ਤੇ ਆਉਂਦੀ ਹਾਂ ਕਿ ਬੱਚੀਆਂ ਨੂੰ ਨਾ ਮਾਰੋ, ਤੇ ਇਹੀ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਿਸ਼ ਕਰਨ, ਗੁਰੂ ਕਿਰਪਾ ਕਰੇ ਕਿ ਅਸੀਂ ਆਪਣੇ ਬਜ਼ੁਰਗਾਂ ਦਾ ਵੀ ਇਹ ਹਾਲ ਨਾ ਕਰੀਏ।
ਸੜਕਾਂ ਤੇ ਰੋਲਣ ਦੇ ਬਜ਼ੁਰਗ ਤੇ ਜ਼ਮੀਨ ਉਹਦੀ ਨਾ ਲੱਗੀ ਹੁੰਦੀ ਹੈ, ਸਹੀ ਉਹ ਚੋਰੀ ਲਵਾ ਲੈਂਦੇ ਆ ਤੇ ਚੱਲ ਬਾਪੂ ਤੂੰ ਸੜਕ ਦੇ ਉੱਤੇ। ਇਹ ਕਿੱਧਰ ਦੀ ਮਰਿਆਦਾ ਹੋਈ? ਇਹ ਸੁਸਾਇਟੀ ਨੂੰ ਕੀ ਦੇਣ ਅਸੀਂ ਦੇ ਰਹੇ ਹਾਂ? ਸਹੀ ਕਿ ਸਾਨੂੰ ਗੁਰੂ ਸਾਹਿਬ ਵਿਵੇਕ ਬੁੱਧ ਬਖਸ਼ਿਸ਼ ਕਰਨ, ਅਸੀਂ ਗੁਰੂ ਦੀ ਬਾਣੀ ਨੂੰ ਮੰਨੀਏ, ਸੁਣੀਏ ਤੇ ਵਿਚਾਰੀਏ, ਆਪਣੇ ਜੀਵਨ ਵਿੱਚ ਢਾਲੀਏ। ਨਿਰਾ ਢਾਲੀਏ ਹੀ ਨਾ, ਆਪਣੇ ਜੀਵਨ ਦੀ ਰਹੁ ਰੀਤੀ ਇਸ ਤਰ੍ਹਾਂ ਦੀ ਬਣਾਈਏ। ਗੁਰੂ ਕਿਰਪਾ ਕਰੇਗਾ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਆਪਣੇ ਲੈਵਲ ਤੇ ਵੀ ਇਹ ਕਹੋ ਕਿ ਬੱਚੀਆਂ ਨੂੰ ਇਸ ਤਰ੍ਹਾਂ ਨਾ ਮਾਰੋ, ਇੰਨੀ ਦੁਰਦਸ਼ਾ ਨਾ ਕਰੋ ਇਹਨਾਂ ਦੀ। ਅੱਛਾ ਮਾਤਾ ਜੀ, ਇਹ ਦੱਸਿਓ ਕਿ ਤੁਹਾਡੀਆਂ ਕਿੰਨੀਆਂ ਬੱਚੀਆਂ? ਮੇਰੀਆਂ ਬੱਚੀਆਂ ਇਸ ਵੇਲੇ ਸੁਖਨਾ 80+। ਮੇਰੀਆਂ ਜਿਹੜੀਆਂ ਬੇਟੀਆਂ ਵਿਆਹੀਆਂ ਗਈਆਂ ਤੇ ਹੋਰ? ਨਹੀਂ, ਮੇਰੇ ਕੋਲ ਨੇ ਇਸ ਵੇਲੇ 80+। ਵਿਆਹੀਆਂ ਤੇ ਬੜੀਆਂ ਸ਼ਾਦੀਆਂ ਗੁਰੂ ਸਾਹਿਬ ਜੀ ਨੇ ਬਹੁਤ ਸੇਵਾ ਲਈ। ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ। ਧੰਨਵਾਦ ਜੀ। ਜਿਹੜੇ ਫਲਸਫੇ ਦੀ ਗੱਲ ਸੀ, ਜਿਹੜੀ ਗੱਲ ਜਿੱਥੋਂ ਸ਼ੁਰੂ ਹੋਈ ਸੀ ਉੱਥੇ ਜਾ ਕੇ ਖਤਮ ਹੋ ਜਾਂਦੀ ਹੈ, ਪਰ ਸਵਾਲ ਨਹੀਂ ਮੁੱਕਦੇ। ਸਵਾਲ ਇਹ ਹੈ ਕਿ ਕੁੱਖਾਂ ਤੇ ਰੁੱਖਾਂ ਨੂੰ ਬਚਾਉਣ ਦੇ ਵਾਸਤੇ ਸਾਨੂੰ ਯਤਨ ਆਰੰਭਣੇ ਪੈਣਗੇ। ਹਜੇ ਅਸੀਂ ਆਰੰਭ ਤਾਂ ਲਏ ਨੇ, ਇਹ ਸ਼ੁਰੂਆਤਾਂ ਨੇ, ਇਹਨੂੰ ਇੰਪਲੀਮੈਂਟ ਕਰਨਾ ਪਊ। ਪੰਜਾਬੀ ਹਰ ਖੇਤਰ ਦੇ ਵਿੱਚ ਤਰੱਕੀਆਂ ਕਰਨਗੇ, ਪਰ ਸੋਚ ਸਾਡੀ ਹਜੇ ਵੀ ਕਿਤੇ ਨਾ ਕਿਤੇ ਪਛਾਂ ਖਿੱਚੂ ਹੈ। ਉਹ ਤੋਂ ਥੋੜ੍ਹਾ ਜਿਹਾ ਅੱਗੇ ਜਾਣ ਦੀ ਲੋੜ ਹੈ, ਅਗਾਂਹ ਸੋਚਣ ਦੀ ਲੋੜ ਹੈ, ਕਿਉਂਕਿ 17 ਸੇ ਆਗੇ ਆਸਮਾਂ ਔਰ ਵੀ ਹੈ। ਬਹੁਤ ਧੰਨਵਾਦ, ਤੁਸੀਂ PNO ਮੀਡੀਆ ਗਰੁੱਪ ਦੇ ਨਾਲ ਜੁੜੇ ਹੋ ਤੇ ਅਸੀਂ ਚੱਲਦੇ ਹਾਂ ਅਗਲੀ ਸ਼ਖਸੀਅਤ ਨਾਲ ਮਿਲਾਉਣ ਦੇ ਵਾਸਤੇ। ਤੁਸੀਂ ਜੁੜੇ ਰਹੋ ਇਸ ਪੇਜ ਦੇ ਨਾਲ, ਇਸ ਚੈਨਲ ਦੇ ਨਾਲ।